न्यूज़ 18 पंजाब देख रहे सारे दर्शकों का स्वागत है। इस वेले पंजाब दे विच धरने प्रदर्शनों का दौर जारी है। मुद्दा है किसानी का। चाहे किसान जथेबंदियां होण, चाहे सियासी पार्टियां होण, सब ने मोर्चा खोलिया होया है केंद्र के उन्हां बिलों के खिलाफ जिन्हां दा हर कोई पंजाब दे विच विरोध कर रहा। और ये सेक हुण दूजियां स्टेटां च भी पहुंचना शुरू हो गया। केंद्र के बयान भी आ रहे हैं। सो वख-वख सियासी पार्टियां का इस ते की रुख रहा। पिछले दिनी विधान सभा सैशन होया, पंजाब ने नवे बिल लैके आंदे और पहले दिन उसते एकजुटता देखने को मिली, पर उस तो बाद कई तरह के वखरेवें भरे बयान सामने आए। खास तौर पर जिक्र असी श्रोमणी अकाली दल का कर रहे हैं। अकाली दल का की स्टैंड है, क्यों उस वेले सहमति हुई तो बाद दे विच फिर क्यों वखरेवें सामने आ रहे हैं, खास तौर पर बयानों के विच, और की इस दे पिछे तर्क ने। साडे नाल गलबात करन लई सुखबीर सिंह बादल श्रोमणी अकाली दल के प्रधान, बहुत बहुत स्वागत है सुखबीर जी न्यूज़ 18 पंजाब दे विच। शुरुआत मैं जी इंट्रोडक्शन की है इसे तो ही करूँगा कि पहले दिन जो असी विधान सभा सैशन देख रहे सी, बिल आए बड़े जोर शोर नाल, सब ने कहा बड़ा चंगा माहौल है, ईवन लड्डू वंडे गए, बड़ियां थावां ते जश्न मनाए गए। पर चलो वो एक अपनी अपनी पार्टी का हिसाब हुंदा है। तुसी भी डाल डट के खड़े नज़र आए गवर्नर साहब कोल जदों डेलीगेशन गया, पर अचानक की होया कि एकदम वखरेवें भरे बयान सामने आ गए, या तुहानूं उहदे विच कमियां नज़र आउण लग पईयां, त्रुटियां नज़र आउण लग पईयां बिलों दे विच? ਜਿਹੜੇ ਆ ਬਿੱਲ ਬਣਾਏ ਗਏ ਆ, ਪਹਿਲੇ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਹੀ ਮੁੱਖ ਮੰਤਰੀ ਜੀ ਨੂੰ ਕਿਹਾ ਸੀ ਕਿ ਤੁਸੀਂ ਕੋਈ ਇਹੋ ਜਿਹੇ ਬਿੱਲ ਲੈ ਕੇ ਆਓ ਜਿਹਦੇ ਨਾਲ ਆ ਜਿਹੜੇ ਆਰਡੀਨੈਂਸ ਰੱਦ ਹੋਣ ਤੇ ਜਿਹਦੇ ਨਾਲ ਐਮਐਸਪੀ ਬਾਰੇ ਸ਼ੋਰਟੀ ਹੋਏ। ਠੀਕ ਹੈ, ਅਸੀਂ ਉਹਨੂੰ ਕਿਹਾ ਸੀ ਅਸੀਂ ਬਲਾਈਂਡਲੀ ਤੁਹਾਡੀ ਸਪੋਰਟ ਕਰਾਂਗੇ ਜੇ ਤੁਸੀਂ ਕੋਈ ਬਿੱਲ ਅਸਲੀ ਲੈ ਕੇ ਆਓਗੇ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਪੂਰੇ ਦੇਸ਼ ਵਿੱਚ ਇੱਕ ਮੈਸੇਜ ਜਾਏ कि सारिया पार्टियां, सारिया जथेबंदियां, सारी लाइक पूरा पंजाब ही किसानी दे नाल है, क्योंकि किसानी साडी जान है। एक मैसेज जाना चाहिए। पर कैप्टन अमरिंदर सिंह ने एक बहुत भारी धोखा दिता। साडी जिहड़ी असी जिहड़ी साडी सोच सी कि असी पूरी अनकंडीशनली सपोर्ट देवांगे, उहने इहनूं एडवांटेज लैके एक ऐ जी स्कीम रची ਤੇ ਕਹਿਜਾ ਫਰਾਡ ਖਿੱਚ ਦਿਆ ਸੈਂਟਰ ਸਰਕਾਰ ਨਾਲ ਮਿਲ ਕੇ। ਕਿਉਂ ਲੱਗਿਆ ਇਹ ਤੁਹਾਨੂੰ ਉਸ ਵੇਲੇ ਜਦੋਂ ਤੁਸੀਂ ਅਸੈਂਬਲੀ 'ਚ ਬੈਠੇ ਸੀ, ਉਦੋਂ ਨਹੀਂ ਇਸ ਚੀਜ਼ ਦਾ ਪਤਾ ਲੱਗਿਆ ਜਾਂ ਬਾਅਦ 'ਚ? ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੈਂਬਲੀ ਸੈਸ਼ਨ ਬੁਲਾਇਆ ਗਿਆ, ਸ਼੍ਰੋਮਣੀ ਅਕਾਲੀ ਦਲ ਨੇ, ਆਮ ਆਦਮੀ ਪਾਰਟੀ ਨੇ ਵੀ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਸੀਂ ਬਿੱਲ ਲਿਆਉਣਾ ਚਾਹੁੰਦੇ ਹੋ ਸਾਨੂੰ ਦਿਖਾ ਦਿਓ, ਸਾਰੀਆਂ ਲੋਕਾਂ ਨੂੰ ਦਿਖਾ ਦਿਓ, ਜਥੇਬੰਦੀਆਂ ਨੂੰ ਦਿਖਾ ਦਿਓ, ਸੋ ਦੈਟ ਜੇ ਉਹਦੇ 'ਚ ਕੋਈ ਕਮੀਆਂ ਹੈ, ਕੋਈ ਸੁਜੈਸ਼ਨ ਹੈ, ਅਸੀਂ ਦੇ ਸਕੀਏ। ਕਿਉਂ ਐ ਨਾ ਹੋਏ ਕਿ ਕੋਈ ਚੀਜ਼ ਲਿਆਏ ਤੇ ਉਹ ਵੀ ਗਲਤ ਹੋਏ। ਉਹਨਾਂ ਨੇ ਉਹ ਚਾਲ ਖੇਡੀ, ਉਹਨਾਂ ਨੇ ਬਿੱਲ ਸਾਨੂੰ ਦਿਖਾਇਆ ਹੀ ਨਹੀਂ। ਠੀਕ ਹੈ, ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਪਹਿਲੇ ਦਿਨ ਸੈਸ਼ਨ ਸੀ, ਸ਼੍ਰੋਮਣੀ ਅਕਾਲੀ ਦਲ ਨੇ ਸੈਸ਼ਨ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਕਿ ਸਾਨੂੰ ਬਿੱਲ, ਕੱਲ ਤੁਸੀਂ ਬਿੱਲ ਲੈ ਕੇ ਆ ਰਹੇ ਹੋ, ਸਾਨੂੰ ਬਿੱਲ ਤਾਂ ਦਿਓ, ਅਸੀਂ ਪੜ੍ਹ ਤਾਂ ਲਈਏ। ਆਮ ਆਦਮੀ ਪਾਰਟੀ ਪੂਰੀ ਰਾਤ ਉੱਥੇ ਬੈਠੀ ਰਹੀ। ਪਰ ਇਹਦੇ ਸੁਖਬੀਰ ਜੀ ਪਹਿਲਾਂ ਦੇ ਵੀ ਪੁਰਾਣੇ ਤਰਕ ਵੀ ਦਿੱਤੇ ਗਏ ਵੀ ਬਿੱਲ ਤਾਂ ਕਦੇ ਹੀ ਨਹੀਂ ਕਿਸੇ ਨੂੰ ਦਿਖਾਇਆ ਗਿਆ, ਜਦੋਂ ਵੀ ਆਉਂਦਾ ਜਦੋਂ ਵੀ ਸਿੱਧਾ ਪਾਸ ਹੋ ਜਾਂਦਾ। ਟ੍ਰੈਡੀਸ਼ਨ ਹੈ, ਤੁਸੀਂ ਪਾਰਲੀਮੈਂਟਰੀ ਟ੍ਰੈਡੀਸ਼ਨ ਹੈ, ਕੋਈ ਵੀ ਬਿੱਲ ਪੇਸ਼ ਹੁੰਦਾ ਹੋਣਾ ਇੱਕ ਜਾਂ ਦੋ ਦਿਨ ਪਹਿਲੇ ਐਮਐਲਏਜ਼ ਨੂੰ ਤੇ ਐਮਪੀਜ਼ ਨੂੰ ਭੇਜਿਆ ਜਾਂਦਾ ਕਿ ਉਹ ਪੜ੍ਹ ਲੈਣ। ਤਾਂ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਜਦੋਂ ਇੱਕ ਦਿਨ ਪਹਿਲੇ ਅਸੀਂ ਕਿਹਾ, ਬਿਲਕੁਲ ਨਹੀਂ ਦਿਖਾਇਆ। ਇਹਨੇ ਹੁਸ਼ਿਆਰੀ ਇੰਨੀ ਕੀਤੀ, ਤੁਸੀਂ ਦੇਖੋ ਇਹਨਾਂ ਨੀਅਤ ਦਾ ਪਤਾ ਲੱਗ ਜਾਂਦਾ। ਜਿਹੜੀ ਕੈਬਨਿਟ ਮੀਟਿੰਗ 'ਚ ਪਹਿਲੇ ਬਿੱਲ ਪਾਸ ਹੁੰਦਾ, ਕੈਬਨਿਟ ਮੀਟਿੰਗ 'ਚ ਵੀ ਬਿੱਲ ਲੈ ਕੇ ਨਹੀਂ ਆਏ, ਕਿਉਂਕਿ ਜੇ ਕੈਬਨਿਟ ਮੀਟਿੰਗ 'ਚ ਬਿੱਲ ਆ ਜਾਂਦਾ ਫਿਰ ਪਬਲਿਕ ਨੂੰ ਪਤਾ ਲੱਗ ਜਾਣਾ, ਸਾਨੂੰ ਵੀ ਪਤਾ ਲੱਗ ਜਾਣਾ ਸੀ। ਇਹਨੇ ਕੈਬਨਿਟ ਤੋਂ ਪਾਵਰ ਲੈ ਲਈ ਕਿ ਮੇਰੇ ਇਕੱਲਾ ਮੈਂ ਹੀ ਪੇਸ਼ ਕਰ ਸਕਦਾ ਦਸਤਖਤ, ਵਿਚ ਇਜ਼ ਵੈਰੀ ਰੇਅਰ। ਮੈਨੂੰ ਅੱਜ ਤੱਕ ਨਹੀਂ ਮੈਂ ਜਾਣਦਾ ਕਿਸੇ ਸਰਕਾਰ ਵਿੱਚ ਕੋਈ ਬਿੱਲ ਦੀ ਪਾਵਰ ਇੱਕ ਮੁੱਖ ਮੰਤਰੀ ਨੂੰ ਦਿੱਤੀ ਜਾਏ ਬਗੈਰ ਕੈਬਨਿਟ ਪੜ੍ਹੇ ਜਾਂ ਉਹਦੇ 'ਤੇ ਵਿਚਾਰ ਕੀਤੇ। ਇਹਨੇ ਲੈ ਲਈ ਕਿਉਂਕਿ ਇਹਦੇ ਮਨ ਵਿੱਚ ਖੋਟ ਸੀ। ਫਿਰ ਅਗਲੇ ਦਿਨ ਸਵੇਰੇ 10 ਵਜੇ ਸੈਸ਼ਨ ਹੈ, 10 ਵਜੇ ਆ ਕੇ ਬਿੱਲ ਪੇਸ਼ ਕਰ ਲੈਂਦਾ। ਕਹਿਣ ਦਾ ਮਤਲਬ, ਮੈਂ ਆਪਾਂ ਥੋੜੀ ਗੱਲ ਨੂੰ ਸਪਸ਼ਟ ਕਰੀ ਜਾਈਏ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਮਰਿੰਦਰ ਸਿੰਘ ਨੇ ਇਹ ਇੰਡੀਵਿਜੂਅਲੀ ਕੀਤਾ, ਇੱਕ ਕੈਬਨਿਟ ਤੋਂ ਪਾਵਰ ਲੈ ਲਈ। ਨਹੀਂ ਉਹੀ ਮੈਂ ਪੁੱਛਦਾ, ਮਤਲਬ ਜੇ ਤੁਸੀਂ ਕਹਿ ਰਹੇ ਹੋ ਕੈਬਨਿਟ ਨੂੰ ਵੀ ਦੱਸਣਾ ਨਹੀਂ ਚਾਹੁੰਦੇ ਸੀ, ਕੀ ਪਤਾ ਦੱਸਿਆ ਕਿ ਨਹੀਂ, ਪਰ ਜੇ ਕੈਬਨਿਟ ਪੇਸ਼ ਹੋ ਜਾਂਦਾ ਤੇ ਪੂਰੇ ਪੰਜਾਬ ਨੂੰ ਪਤਾ ਲੱਗ ਜਾਣਾ ਸੀ। ਪੰਜਾਬ ਨੂੰ ਦੱਸਣਾ ਨਹੀਂ ਚਾਹੁੰਦੇ ਸੀ, ਕਿਸਾਨ ਜਥੇਬੰਦੀ ਦੱਸਣਾ ਕਿ ਲਿਆ ਕੀ ਰਹੇ, ਪਬਲਿਕ ਡਾਕੂਮੈਂਟ ਬਣ ਜਾਂਦਾ ਜਦੋਂ ਕੈਬਨਿਟ ਚ ਆ ਜਾਏ, ਕਿਉਂਕਿ ਵਿੱਚ ਇਹਨਾਂ ਦੇ ਖੋਟ ਸੀ।
ਤੇ ਉਹਦੇ ਵਿੱਚ ਜਦੋਂ ਲੈ ਕੇ ਆਏ ਸੈਸ਼ਨ 'ਚ ਲੈ ਕੇ ਆਏ, ਜਦੋਂ ਲਿਆਂਦਾ 10 ਵਜੇ ਬੋਲਣ ਲੱਗੇ, ਕੈਪਟਨ ਸਾਹਿਬ ਆਏ, ਮਤਾ ਪੜਿਆ ਉਹਨਾਂ ਨੇ, ਉਹਨੇ ਮਤਾ ਪੜਿਆ। ਅੱਛਾ, ਮਤਾ ਕੁਛ ਹੈ ਤੇ ਬਿੱਲ ਕੁਛ ਹੈ। ਮਤਾ ਕੀ ਪੜਿਆ? ਉਹਨੇ ਮਤਾ ਪੜਿਆ, ਮੇਰੇ ਕੋਲ ਮਤਾ ਹੈ ਉਹਨਾਂ ਦਾ। ਉਹਨੇ ਮਤਾ ਪੜਿਆ ਕਿ ਪੰਜਾਬ ਸਰਕਾਰ, ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਆ ਜਿਹੜੇ 3 ਆਰਡੀਨੈਂਸ ਨੂੰ ਰੱਦ ਕਰਦੀ ਹੈ ਤੇ MSP ਨੂੰ ਯਕੀਨੀ ਬਣਾਉਣ ਦਾ ਕਾਨੂੰਨ ਬਣਾਉਂਦੀ ਹੈ। MSP ਨੂੰ ਆ ਪੜਿਆ, ਸਾਡੇ ਸਾਹਮਣੇ ਸਾਰੇ ਹਾਊਸ ਨੂੰ ਪੜਿਆ। ਅਸੀਂ ਉਹਦੀ ਸਹਿਮਤ ਹਾਂ ਸੀ, ਕਿਉਂਕਿ ਸਾਡੀ ਵੀ ਮੰਗ ਸੀ, ਸਾਰੇ ਪੰਜਾਬੀਆਂ ਦੇ ਕਿਸਾਨ ਮੰਗ ਸੀ। ਪਰ ਜਿਹੜੇ ਅੰਦਰ ਐਕਟ ਵਿੱਚ ਪਾਤੇ ਉਹਨੇ ਵਿੱਚ, ਜਿਹੜੇ ਪੜ੍ਹੇ ਨਹੀਂ, ਜਿਹੜੇ ਦੱਸੇ ਦਿਖਾਏ ਨਹੀਂ ਸਾਨੂੰ ਪਹਿਲੇ, ਉਹ ਹੋਰ ਸੀ। ਉਹਦੇ 'ਚ ਉਹ ਜਿਹੜੇ ਐਕਟ ਹੈ, ਜਿਹੜੀ ਵੱਡੀਆਂ ਗਲਤੀਆਂ ਕੀਤੀਆਂ ਕੈਪਟਨ ਨੇ, ਜਿਹੜੀ ਧੋਖਾ ਦਿੱਤਾ ਹੈ, ਜਿਹੜੀ ਸਾਰੇ ਜਥੇਬੰਦੀਆਂ, ਜਿਹੜੀ ਕਿਸਾਨ ਜਥੇਬੰਦੀਆਂ, ਕਿਸਾਨ ਸਾਰੇ ਜਿਹੜੇ ਮੰਗ ਕਰ ਰਹੇ ਸੀ, 4 ਚੀਜ਼ਾਂ ਮੰਗ ਕਰ ਰਹੇ ਸੀ ਸਾਰੇ ਕਿਸਾਨ। ਇੱਕ ਕਿ ਆ ਜਿਹੜੇ ਕਾਲੇ ਕਾਨੂੰਨ ਸੈਂਟਰ ਨੇ ਬਣਾਏ ਆ, ਇਹਨੂੰ ਰੱਦ ਕੀਤਾ ਜਾਏ। ਦੂਜਾ, MSP ਨੂੰ ਯਕੀਨੀ ਬਣਾਇਆ ਜਾਏ, ਕਨਸਟੀਟਿਊਸ਼ਨ ਰਾਈਟ ਬਣਾਇਆ ਜਾਏ। MSP ਤੇ ਖਰੀਦ 22 ਫਸਲਾਂ ਦੀ ਯਕੀਨੀ ਬਣਾਈ ਜਾਏ। ਤੇ ਚੌਥੀ ਗੱਲ ਸੀ ਕਿ ਜਿਹੜੇ ਕਾਨੂੰਨ ਬਣਾਏ ਕੈਪਟਨ ਨੇ ਕਾਰਪੋਰੇਟ ਘਰਾਣੇ ਨੂੰ ਲਿਆਉਣ ਵਾਸਤੇ 2017 ਦੇ, ਉਹਨਾਂ ਨੂੰ ਰੱਦ ਕੀਤਾ ਜਾਏ। ਆ ਜਿਹੜਾ ਇਹਨਾਂ ਨੇ ਐਕਟ ਤੇ ਹੁਣ ਵਿਧਾਨ ਸਭਾ ਪਾਸ ਕੀਤਾ ਹੈ, ਇਹਨੇ 4 ਚੋਂ ਇੱਕ ਚੀਜ਼ ਨਹੀਂ ਲਾਗੂ ਕੀਤੀ। ਉਹ ਤਾਂ ਕਹਿ ਰਹੇ ਅਸੀਂ MSP ਅਸ਼ੋਰ ਕਰਤੀ ਔਰ 3 ਸਾਲ ਦੀ ਸਜ਼ਾ ਜਿਹੜਾ ਘੱਟ ਖਰੀਦ। ਮੈਂ ਉਹੀ ਕਹਿਣਾ, ਪਰ ਮੇਰੀ ਗੱਲ ਸੁਣੋ, ਇਹਨਾਂ ਐਕਟ ਜਿਹੜੇ ਲਿਆਂਦੇ ਉਹਨੇ, ਕਿਉਂ ਅਸੀਂ ਵਿਰੋਧ ਕਰ ਰਹੇ ਹਾਂ? ਇਸ ਲਈ ਕਿਉਂਕਿ ਜਦੋਂ ਅਸੀਂ ਜਦੋਂ ਸੈਸ਼ਨ ਦੇ ਬਾਅਦ ਅਸੀਂ ਪੜ੍ਹਿਆ ਕਿ ਲਿਆਂਦਾ ਕੀ ਹੈ, ਬਾਅਦ 'ਚ ਪਤਾ ਲੱਗਿਆ ਤਾਂ ਸਭ ਤੋਂ ਵੱਡਾ ਧੋਖਾ ਹੈ। ਜਿਹੜੇ 3 ਐਕਟ ਸੈਂਟਰ ਦੇ ਹੈ, ਕੈਪਟਨ ਅਮਰਿੰਦਰ ਸਿੰਘ ਨੇ ਰੱਦ ਨਹੀਂ ਕੀਤੇ, ਅਮੈਂਡਮੈਂਟਸ ਉਹਨਾਂ ਦੇ ਸਗੋਂ ਐਕਸੈਪਟ ਕਰ ਲਏ, ਉਹਨਾਂ ਨੇ ਮਨਜ਼ੂਰ ਕਰ ਲਏ ਤੇ ਕੱਲੀ ਅਮੈਂਡਮੈਂਟ ਕੀਤੀ ਹੈ। ਅਮੈਂਡਮੈਂਟ ਕੀ ਆ? 2 ਲਾਈਨਾਂ ਕਹਿੰਦੇ ਰਿਕੁਐਸਟ ਕੀਤੀ ਹੈ ਸੈਂਟਰ ਨੂੰ ਕਿ ਆ 2-3 ਲਾਈਨਾਂ ਬਦਲ ਦਿਓ, ਬਾਕੀ ਸਾਡੇ ਵਾਸਤੇ ਐਕਟ ਸਹੀ ਹੈ। ਆ ਇਹਨੇ ਕੀਤਾ ਕੈਪਟਨ ਨੇ, ਜਿਹੜਾ ਵੱਡਾ ਧੋਖਾ ਹੈ। ਦੂਜਾ, ਉਹਦੇ 'ਚ ਇੱਕ ਲਾਈਨ ਤੇ ਜ਼ਿਕਰ ਨਹੀਂ ਆ, ਜਿਹੜਾ ਨਵਾਂ ਐਕਟ ਬਣਾਈ ਜਾਂਦੇ ਆ ਕਿ MSP ਕਨਸਟੀਟਿਊਸ਼ਨ ਰਾਈਟ ਹੈ। ਇੱਕ ਜਗ੍ਹਾ 'ਚ ਨਹੀਂ ਹੈ ਕਿ ਸਾਰੀ 22 ਫਸਲਾਂ ਚੱਕੀਆਂ ਜਾਣਗੀਆਂ। ਉਹਨਾਂ ਨੇ ਇਕੱਲਾ ਕਿਹਾ ਝੋਨੇ ਤੇ ਕਣਕ ਦੀ ਜ਼ਿਕਰ ਕੀਤਾ, ਜਿਹੜਾ ਪਹਿਲੇ ਵੀ ਚੱਕੀ ਜਾਂਦੀਆਂ, ਜਿਹੜਾ ਨਰਮਾ ਹੈ, ਜਿਹੜਾ ਮੱਕੀ ਹੈ, ਜਿਹੜੀ ਸਰੋਂ ਹੈ, ਜਿਹੜਾ ਕਪਾਹ ਹੈ, ਸਾਰੇ ਕਿਸੇ ਜ਼ਿਕਰ ਹੀ ਨਹੀਂ ਹੈ। ਦੂਜੀ ਗੱਲ, ਉਹਨੇ ਕਿਹਾ 3 ਸਾਲ ਦੀ ਸਜ਼ਾ ਹੈ ਜੇ ਕੋਈ MSP ਤੋਂ ਖਰੀਦ ਘੱਟ ਕਰੂਗਾ। ਇਹਨੇ ਐ ਨਹੀਂ ਕਿਹਾ ਕਿ ਜੇ MSP ਦੇ ਥੱਲੇ ਰੇਟ ਡਿੱਗਦੇ ਆ, ਲੋਕ ਤਾਂ ਕੋਈ ਵਪਾਰੀ ਤਾਂ ਖਰੀਦ ਸਕਦਾ ਨਹੀਂ। ਉਹਨਾਂ ਨੇ ਕਿਹਾ ਕਿਉਂਕਿ 3 ਸਾਲ ਦੀ ਸਜ਼ਾ ਹੈ। ਐ ਨਹੀਂ ਕਿਹਾ ਕਿ ਅਸੀਂ ਖਰੀਦਾਂਗੇ, ਮਤਲਬ ਪੰਜਾਬ ਸਰਕਾਰ ਨੇ ਤਾਂ ਖਰੀਦਣੀ ਨਹੀਂ ਤੇ ਵਪਾਰੀ ਨੂੰ ਖਰੀਦਣ ਦੇਣਾ ਨਹੀਂ। ਕਿਸਾਨ ਕਿੱਧਰ ਜਾਊਗਾ? ਤੁਸੀਂ ਸਾਰੇ ਜਾਣਦੇ ਹੋ MSP ਤੇ ਜੇ ਸਰਕਾਰੀ ਖਰੀਦ ਹੁੰਦੀ ਹੈ, ਉਹ ਪੂਰੇ ਸਾਲ ਨਹੀਂ ਚੱਲਦੀ ਸਰਕਾਰੀ ਖਰੀਦ। ਸਰਕਾਰੀ ਟਾਈਮ ਦਿੱਤਾ ਹੁੰਦਾ, ਜਿਵੇਂ ਝੋਨੇ ਦਾ 1 ਅਕਤੂਬਰ ਤੋਂ ਲੈ ਕੇ 2 ਮਹੀਨੇ ਜਾਂ 1.5 ਮਹੀਨੇ ਸਰਕਾਰੀ ਖਰੀਦ ਹੋਊਗੀ। ਕਈ ਕਿਸਾਨ ਕੋਲੇ ਝੋਨਾ ਬਚ ਜਾਂਦਾ, ਜਿਹੜਾ ਬਾਅਦ ਤੋਂ ਬਾਅਦ ਵੱਧ ਘੱਟ ਰੇਟ ਤੇ ਵਿਕਦਾ, ਵੱਧ ਵੀ ਹੁੰਦਾ ਤੇ ਪਹਿਲੇ ਵੀ ਜੋ ਅਗੇਤਾ ਪਹਿਲੇ ਝੋਨਾ ਬੀਜ ਦਿੰਦੇ, ਫਸਲਾਂ ਹੁੰਦੀਆਂ, ਕੋਈ ਥੋੜਾ ਖਰਾਬ ਹੋ ਜਾਂਦਾ, ਉਹ ਕਿਸਾਨ ਕਿੱਧਰ ਜਾਣਗੇ? ਸੋ ਇਹ ਜਿਹੜੀ ਤੁਸੀਂ ਮੰਡੀ ਵਾਲੀ ਗੱਲ ਕਰ ਰਹੇ ਹੋ, ਉਹਨਾਂ ਨੇ ਜਿਹੜੀ ਗੱਲ ਕਹੀ ਆਪਦੇ ਕਾਨੂੰਨ ਦੇ ਵਿੱਚ, ਉਹ ਕਹਿ ਰਹੇ ਆ ਕਿ ਕੋਈ ਵੀ ਜਿਹੜਾ ਵਪਾਰੀ ਹੋਊਗਾ ਉਹਨੂੰ ਫੀਸ ਵੀ ਦੇਣੀ ਪਊ ਸਰਕਾਰ ਨੂੰ, ਮਾਰਕੀਟ ਫੀਸ, ਤੇ ਉਹ MSP ਤੋਂ ਘੱਟ ਨਹੀਂ ਲੈ ਸਕੂਗਾ। ਫਿਰ ਆਟੋਮੈਟਿਕਲੀ ਇੱਕ ਮੰਡੀ ਨਹੀਂ ਬਣ ਗਈ। ਜਦੋਂ ਤੁਸੀਂ ਕਿਤੋਂ ਮਰਜ਼ੀ ਖਰੀਦੋ ਤਾਂ ਤੁਸੀਂ ਖਰੀਦ ਨਹੀਂ ਸਕਦੇ। ਉਹਦਾ ਫਰਕ ਹੈ, ਉਹਨੇ ਸੈਂਟਰ ਦਾ ਸਰਕਾਰ ਦਾ ਐਕਟ ਮੰਨ ਲਿਆ। ਇਹਨੇ ਆਪਣੇ ਐਕਟ 'ਚ ਕਿਹਾ ਕਿ ਜਿਹੜਾ ਟ੍ਰੇਡ ਏਰੀਆ ਹੋਊਗਾ, ਟ੍ਰੇਡ ਏਰੀਆ ਇਕੱਲੇ ਸੈਂਟਰ ਦੇ ਕਾਨੂੰਨ 'ਚ ਹੈ, ਉਹਦੇ ਤੇ ਸਰਕਾਰੀ ਖਰੀਦ ਕੀਤੀ, ਆਪਣੇ ਤੇ ਟੈਕਸ ਲਾਇਆ ਜਾਊਗਾ। ਤੇ ਟ੍ਰੇਡ ਏਰੀਆ ਤਾਂ ਮੰਨ ਹੀ ਲਿਆ ਤੁਸੀਂ ਕਾਰਪੋਰੇਟਰ ਨੂੰ ਅਲਾਉ ਕਰ ਹੀ ਦਿੱਤਾ। ਮੰਗ ਕਿਸੇ ਕਾਰਪੋਰੇਟ ਘਰਾਣੇ ਸਾਡੇ ਤੋਂ ਉੱਠਣਗੇ। ਇਹਦਾ ਬੈਕਗਰਾਉਂਡ ਮੈਂ ਪਹਿਲੇ ਸਭ ਤੋਂ ਪਹਿਲੇ ਆ ਕਿਉਂ ਕੀਤਾ ਇਹਨਾਂ ਨੇ ਆ ਠੱਗੀ ਕਿਉਂ ਮਾਰੀ ਪੰਜਾਬ ਦੇ ਕਿਸਾਨਾਂ ਨਾਲ? ਇਹਦੇ ਪਿੱਛੇ ਇੱਕ ਬੈਕਗਰਾਉਂਡ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸੋਚ ਤੇ BJP ਦੀ ਸੋਚ ਇੱਕੋ ਹੀ ਹੈ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਕਰਨ ਲੱਗਿਆ ਸੀਗਾ, ਮੈਂ ਇਹ ਕਹਿਣਾ, ਕੈਪਟਨ ਅਮਰਿੰਦਰ ਸਿੰਘ ਦਾ ਤੁਸੀਂ 2017 ਦਾ ਚੋਣ ਪੱਤਰ ਦੇਖ ਲਓ, ਜਿੱਥੇ ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ, ਤੇ 2019 ਦਾ ਅੱਜ ਰਾਹੁਲ ਗਾਂਧੀ ਦਾ ਪਾਰਲੀਮੈਂਟ ਦਾ ਜਿਹੜਾ ਇਲੈਕਸ਼ਨ ਹੋਇਆ, ਉਹਦਾ ਚੋਣ ਪੱਤਰ ਲਿਖ ਲਓ। ਦੋਨੋਂ ਚੋਣ ਪੱਤਰਾਂ 'ਚ, ਕਾਂਗਰਸ ਦੇ ਚੋਣ ਪੱਤਰਾਂ 'ਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਨੇ ਕਿਹਾ ਸੀ ਕਿ ਮੇਰੀ ਸਰਕਾਰ ਬਣੂਗੀ ਤੇ ਮੈਂ ਪੰਜਾਬ ਵਿੱਚ ਪ੍ਰਾਈਵੇਟ ਮੰਡੀਆਂ ਖੋਲੂੰਗਾ, ਟ੍ਰੇਡਿੰਗ ਕਰੂੰਗਾ। ਜੋ ਕਾਨੂੰਨ ਮੋਦੀ ਸਾਹਿਬ ਨੇ ਬਣਾਇਆ ਹੈ, ਉਹ 100% ਇਹਨਾਂ ਨੇ ਪੰਜਾਬ 'ਚ ਬਣਾਤਾ।
ਹੋਰ ਕੋਈ ਕੰਮ ਜਿਹੜੀ ਸਹੁੰ ਨਹੀਂ ਪੂਰੀ ਕੀਤੀ ਉਹਨੇ, ਕੱਲੀ ਇੱਕੋ ਕੰਮ ਕੀਤੀ। ਉਹ ਸਰਕਾਰ ਬਣਤੇ ਅਨੁਸਾਰ 2017 ਚ APMC ਐਕਟ, ਪੰਜਾਬ ਦਾ ਮੰਡੀ ਦਾ ਐਕਟ, ਉਹਨੂੰ ਚੇਂਜ ਕਰਕੇ ਪ੍ਰਾਈਵੇਟ ਮੰਡੀਆਂ ਦਾ ਐਕਟ ਲਾਗੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਆ ਐਕਟ ਨੂੰ ਰੱਦ ਕੀਤਾ ਜਾਏ, ਕਿਉਂਕਿ ਇਹ ਪੰਜਾਬ ਸਰਕਾਰ ਕੈਪਟਨ ਦੇ ਐਕਟ ਤੇ ਸੈਂਟਰ ਦੇ ਐਕਟ 'ਚ ਕੋਈ ਫਰਕ ਹੀ ਨਹੀਂ ਹੈ। ਹੁਣ ਇਹਨੇ ਕੀ ਕੀਤਾ ਚਲਾਕੀ, ਇਸ ਐਕਟ 'ਚ ਜਿਹੜਾ ਆਪਣਾ ਲੈ ਕੇ ਆਇਆ, ਇਹਨੇ ਕਹਿਤਾ ਕਿ ਉਹ ਐਕਟ ਜਿਹੜੇ ਅਸੀਂ ਲਿਆਂਦੇ ਆ 2017 ਉਹ ਰਹਿਣਗੇ। ਸੈਂਟਰ ਦੇ ਐਕਟ ਤੇ ਮੰਡੀਆਂ ਤੁਸੀਂ ਕਹਿੰਦੇ ਆ ਕਿ ਅਸੀਂ ਨਹੀਂ ਚਾਹੁੰਦੇ, ਆਪਣੇ ਐਕਟ ਜਿਹੜਾ ਪੰਜਾਬ ਦਾ ਉਹਦੇ 'ਚ ਤੁਸੀਂ ਕਹਿੰਦੇ ਆ ਅਸੀਂ ਪ੍ਰਾਈਵੇਟ ਮੰਡੀਆਂ ਕਾਰਪੋਰੇਟ ਨੂੰ ਬਣਾਉਣਾ ਚਾਹੁੰਦੇ। ਤੁਸੀਂ ਫਿਰ ਇਸ ਸਭ ਦੇ ਵਿੱਚ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਸੀ, ਇਹਦਾ ਹੱਲ ਕੀ ਹੈ? ਜਿਹੜਾ ਤੁਹਾਨੂੰ ਕਹਿ ਰਿਹਾ ਕਿ ਆ ਜਿਹੜਾ ਸਾਰਾ ਜਿਹੜੇ ਸੈਸ਼ਨ 'ਚ ਹੋਇਆ ਤੇ ਪਹਿਲੇ ਹੋਇਆ, ਜਿਹੜੇ ਦੇਖਿਆ ਗਿਆ, ਆ ਸੈਂਟਰ ਦੀ ਸਰਕਾਰ ਤੇ ਕੈਪਟਨ 'ਚ ਮਿਲੀ ਭੁਗਤ ਅੱਜ ਜਿਵੇਂ ਗੇਮ ਖੇਡ ਕੇ ਹੋਇਆ। ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਦੇਖਿਆ ਇਹਦੇ 'ਚ ਇਹ ਹੈ ਵੀ ਭਾਈਵਾਲ ਤੁਹਾਡੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੈਟਿੰਗ, ਇਹ ਆਪਣੇ ਆਪ 'ਚ ਬੜਾ ਵੱਡਾ ਕੁਐਸਚਨ ਮਾਰਕ ਹੈ। ਬੱਚਾ ਜਾਣਦਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਲਿੰਕ ਉੱਤੇ ਹੈ, ਕਿਉਂ ਹੈ, ਕਿਵੇਂ ਕਈ ਚੀਜ਼ਾਂ ਕੈਪਟਨ ਸਾਹਿਬ ਨੂੰ ਕਿੰਨੀਆਂ ਸਹੂਲਤਾਂ ਮਿਲੀਆਂ, ਉਹ ਸਾਰੇ ਮੈਨੂੰ ਦੱਸਣ ਦੀ ਲੋੜ ਨਹੀਂ, ਸਾਰੇ ਜਾਣਦੇ ਆ। ਸਾਡਾ ਭਾਈਵਾਲ ਸੀ, ਹੁਣ ਨਹੀਂ ਹੈ। ਪਰ ਜਿਹੜਾ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਕੈਪਟਨ ਸਾਹਿਬ ਨੇ ਆ ਜਿਹੜਾ ਕੀਤਾ, ਕਿਉਂ ਕੀਤਾ, ਕਿਉਂਕਿ ਉਹਨੇ ਦੇਖਿਆ ਕਿ ਸੜਕਾਂ ਦੇ ਕਿਸਾਨ ਆ ਗਏ ਆ, ਰੇਲਵੇ ਬੰਦ ਹੈ, ਸੈਂਟਰ ਨਾਲ ਗੱਲ ਕੀਤੀ, ਸੈਂਟਰ ਨੇ ਕਿਹਾ, ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਨਾਲ ਮਿਲ ਕੇ ਕਿ ਅਸੀਂ ਕੋਈ ਅਸੈਂਬਲੀ 'ਚ ਪਾਸ ਕਰ ਦਾਂਗੇ ਛੋਟੀ ਜਿਹੀ ਚੀਜ਼, ਤਾਂ ਹੀ ਉਹਨੇ ਦਿਖਾਈ ਨਹੀਂ। ਜੇ ਪਹਿਲੇ ਦਿਖਾਉਂਦੇ ਤਾਂ ਅਸੈਂਬਲੀ ਤੇ ਪਹਿਲੇ ਹੀ ਰੌਲਾ ਪੈ ਜਾਣਾ ਸੀ। ਮੈਂ ਪਾਸ ਕਰਕੇ ਜਲਦੀ ਮੇਰੀ ਗੱਲ ਸੁਣੋ, ਜਲਦੀ ਪਾਸ ਕਰਕੇ ਮੈਂ ਉੱਤੇ ਭੇਜ ਦੂੰਗਾ, ਤੁਹਾਡੇ ਹਵਾਲੇ ਕਰ ਦੂੰਗਾ, ਤੁਸੀਂ ਪਾਸ ਕਰਨਾ ਹੀ ਨਹੀਂ। ਹੁਣ ਕੈਪਟਨ ਨੇ, ਤੁਸੀਂ ਗੱਲ ਦੇਖੋ, ਅਸੈਂਬਲੀ 'ਚ ਵੀ ਕਿਹਾ ਕਿ ਇਹ ਕਾਨੂੰਨ ਤਾਂ ਮੈਂ ਬਣਾ ਰਿਹਾ ਪਰ ਇਹ ਲਾਗੂ ਨਹੀਂ ਹੋਣਗੇ ਕਿਉਂਕਿ ਸੈਂਟਰ ਕੋਲ ਪਾਸ ਕਰਨੇ ਨਹੀਂ, ਪਰ ਮੈਂ ਲਾ ਰਿਹਾ, ਬਣਾ ਰਿਹਾ, ਆਪਣੇ ਦਾ ਖੇੜਾ ਛੱਡ ਰਿਹਾ, ਕਿਉਂਕਿ ਉਹਨੇ ਵਾਪਸ ਉਹੀ ਐਕਟ ਵਾਪਸ ਸੈਂਟਰ ਦੀ ਝੋਲੀ 'ਚ ਪਾਤੇ। ਆ ਮਿਲੀ ਭੁਗਤ ਨਾ ਹੋਇਆ ਕਿਉਂਕਿ ਉਹ ਚਾਹੁੰਦੇ ਸੀ ਕਿਸਾਨ ਕਿਵੇਂ ਨਾ ਕਿਵੇਂ ਇਹਦੇ ਖੁਸ਼ ਕਰਕੇ ਚੱਕ ਲੈਣ ਸਾਰਾ। ਸਿਆਸੀ ਬਿਆਨ ਹੈ ਕਿ ਤੁਹਾਡੇ ਕੋਲ ਇਸ ਦੇ ਕੋਈ ਪ੍ਰੂਫ ਵੀ ਹੈਗੇ ਨੇ ਜਾਂ ਕੋਈ ਐਸੀ ਜਾਣਕਾਰੀ, ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਸਾਰਾ ਉਸ ਤੋਂ ਐਂ ਲੱਗਦਾ ਕਿ ਤੁਹਾਨੂੰ ਇੱਕ ਚੀਜ਼ ਦਾ ਪਤਾ ਹੈ ਅੰਦਰਲੀਆਂ ਗੱਲਾਂ ਦਾ। ਸਿਆਸੀ ਬਿਆਨ ਨਹੀਂ, ਆ ਮੈਨੂੰ ਮੇਰੇ ਕੋਲੇ ਪੂਰੀ ਜਾਣਕਾਰੀ ਹੈ ਜਿਹੜਾ ਕੁਝ ਹੋਇਆ, ਕਿਵੇਂ ਕਿਸਾਨ ਜਥੇਬੰਦੀਆਂ ਦਾ ਇਹਨਾਂ ਨੇ ਬੇਵਕੂਫ ਬਣਾਇਆ, ਕਿਵੇਂ ਸਾਰਾ ਕੋਈ ਡਰਾਮਾ ਰਚ ਕੇ ਵਾਪਸ ਸਾਰੇ ਗੇਮ ਮੋਦੀ ਸਾਹਿਬ ਦੇ ਝੋਲੀ ਫਿਰ ਤੋਂ ਪਾਤੀ। ਹੁਣ ਇਹ ਜਿਹੜਾ ਕਾਨੂੰਨ ਹੈ ਕੈਪਟਨ ਨੇ ਪਾਸ ਕਰਤਾ, ਲਾਗੂ ਕਿਦੋਂ ਹੋਊਗਾ? ਹੋ ਹੀ ਨਹੀਂ ਸਕਦਾ। ਜਿੰਨਾ ਤੱਕ ਜੇ ਲਾਗੂ ਹੋ ਨਹੀਂ ਸਕਦਾ, ਜੇ ਤੁਹਾਨੂੰ ਪਤਾ ਲਾਗੂ ਹੋਣਾ ਨਹੀਂ, ਤੇ ਫਿਰ ਤੁਸੀਂ ਵੱਡੀ ਪ੍ਰਾਪਤੀ ਕੀ ਕਹਿੰਦੇ ਆ? ਫਿਰ ਕਿਉਂ ਲੱਡੂ ਬਣਦੇ ਹੋ? ਫਿਰ ਵਿਚਾਰੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਈ ਲੋਕ ਸ਼ਹੀਦ ਹੋ ਗਏ, ਉਹਨਾਂ ਨੇ ਵਿਚਾਰਿਆਂ ਨਾਲ ਧੋਖਾ ਕਿਉਂ ਕਰ ਰਹੇ ਹੋ? ਤੁਸੀਂ ਪਹਿਲੇ ਹੀ ਕਹਿ ਦਿਓ ਆਹ ਚੀਜ਼ ਹੋ ਸਕਦੀ ਹੈ। ਜਿਹੜੀ ਚੀਜ਼ ਹੋ ਸਕਦੀ ਸੀ ਉਹ ਉਹਨਾਂ ਨੇ ਕੀਤੀ ਨਹੀਂ। ਤੁਸੀਂ ਹੱਲ ਦੇ ਦਿਓ, ਇਹਦਾ ਹੱਲ ਇੱਕੋ ਇੱਕ ਹੈ। ਜਿਹੜਾ ਅਕਾਲੀ ਦਲ ਕੋਲੇ ਕੀ ਸੋਲੂਸ਼ਨ? ਕੱਲੇ ਅਕਾਲੀ ਦਲ ਤੋਂ ਨਹੀਂ, ਮੈਂ ਸਾਰੇ ਵਕੀਲਾਂ ਨਾਲ ਸਲਾਹ ਕੀਤੀ ਹੈ, ਸਾਰੇ ਕਨਸਟੀਟਿਊਸ਼ਨ ਮਾਹਰਾਂ ਨਾਲ ਸਿਕਿਉਰ ਕੀਤੀ ਹੈ। ਇਹਦਾ ਇੱਕੋ ਇੱਕ ਹੱਲ ਹੈ। ਅੱਜ ਜਿਹੜੀ ਤਰੀਕ 'ਚ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਵਿੱਚ ਬੜੀ ਸਪਸ਼ਟ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਜੇ ਇੱਕ ਸੈਂਟਰ ਕਾਨੂੰਨ ਬਣਾਏ ਤੇ ਸਟੇਟ ਬਣਾਏ, ਸੈਂਟਰ ਦਾ ਕਾਨੂੰਨ ਮੰਨਿਆ ਜਾਊਗਾ ਕਨਕਰੈਂਟ ਲਿਸਟ। ਆ ਜਿਹੜਾ ਐਕਟ ਹੈ APMC ਐਕਟ ਪੰਜਾਬ ਦਾ ਜਿਹੜਾ ਬਣਿਆ ਸੀ, ਉਹ ਐਗਰੀਕਲਚਰ ਦੇ ਥੱਲੇ ਬਣਿਆ ਸੀ, ਜਿਹੜਾ ਸਟੇਟ ਸਬਜੈਕਟ ਹੈ। ਸਟੇਟ ਸਬਜੈਕਟ ਜਿਹੜੀ ਚੀਜ਼ਾਂ ਹੁੰਦੀਆਂ ਕਨਸਟੀਟਿਊਸ਼ਨ ਵਿੱਚ, ਉਹ ਸਟੇਟ ਆਪਣੇ ਅਸੈਂਬਲੀ ਰਾਹੀਂ ਉਹ ਐਕਟ ਬਣਾ ਸਕਦਾ ਹੈ, ਸੈਂਟਰ ਉਹਦੇ 'ਚ ਦਖਲ ਨਹੀਂ ਦੇ ਸਕਦਾ। ਤਾਈਓ ਸਟੇਟ ਦਾ ਮੰਡੀ APMC ਐਕਟ ਬਣਿਆ ਸੀ। ਜਿਹੜਾ ਕੈਪਟਨ ਅਮਰਿੰਦਰ ਸਿੰਘ ਤਰਕ ਦੇ ਰਿਹਾ ਕਿ ਅੰਡਰ ਸੈਕਸ਼ਨ 294 ਸਟੇਟ ਕੋਲ ਰਾਈਟਸ ਨੇ ਕਿ ਉਹ ਕੰਕਰੈਂਟ ਲਿਸਟ ਦੇ ਚੱਲਦੇ ਉਹਦੇ 'ਚ ਅਮੈਂਡਮੈਂਟ ਕਰ ਸਕਦਾ ਹੈ। ਉਹ ਕੀ ਕੀਤਾ ਉਹਨੇ ਉਹਨਾਂ ਦੀ, ਕਿਉਂਕਿ ਮਿਲੀ ਭੁਗਤ ਕਰਕੇ ਆਪਣਾ ਸਟੇਟ ਦੇ ਸਬਜੈਕਟ ਦੇ ਥੱਲੇ ਕੀਤਾ ਨਹੀਂ ਜਿਹੜਾ ਕਰ ਸਕਦਾ ਸੀ। ਉਹਨੂੰ ਪਤਾ ਸੀ ਕਿ ਸੈਂਟਰ ਕੋਲੇ ਜਿਹੜਾ ਮੈਂ ਐਕਟ ਬਣਾਉਂਗਾ ਉਹ ਸੈਂਟਰ ਕੋਲੇ ਜਾਣਾ ਹੈ। ਉਹਨਾਂ ਨੇ ਮੰਨਣਾ ਨਹੀਂ, ਕਿਉਂਕਿ ਉਹਨਾਂ ਨੇ ਤਾਂ ਪਹਿਲੇ ਉਹਨਾਂ ਨੇ ਕਹਿ ਹੀ ਦਿੱਤਾ ਸੀ ਉਹਨੇ ਮੰਨਣਾ ਨਹੀਂ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਨਵੇਂ ਐਕਟ ਲੈ ਕੇ ਆਉਣੇ ਚਾਹੀਦੇ ਸੀ? ਮੈਂ ਜਿਹੜੀ ਤੁਸੀਂ ਗੱਲ ਸਮਝੇ ਨਹੀਂ, ਉਹਨੇ ਕੀ ਕੀਤਾ, ਉਹਨੇ ਕਨਕਰੈਂਟ ਲਿਸਟ ਅੰਡਰ 254 ਸੈਕਸ਼ਨ, ਜਿਹੜਾ ਕਨਕਰੈਂਟ ਲਿਸਟ ਹੈਗੀ ਅੰਡਰ ਟ੍ਰੇਡ ਆਫ ਐਗਰੀਕਲਚਰ 'ਚ ਨਹੀਂ, ਟ੍ਰੇਡ ਆਫ ਐਗਰੀਕਲਚਰ, ਇਹਨੇ ਆ ਰੈਜ਼ੋਲੂਸ਼ਨ ਜਿਹੜਾ ਲਿਆਂਦਾ ਉਹ ਲਿਆਂਦਾ। ਲਿਆਉਣਾ ਚਾਹੀਦਾ ਸੀ ਐਗਰੀਕਲਚਰ ਥੱਲੇ ਜਿਹੜਾ ਸਟੇਟ ਸਬਜੈਕਟ ਹੈ। ਹੁਣ ਉਹਨੂੰ ਪਤਾ ਸੀ ਕਿ ਉਹ ਜੇ ਟ੍ਰੇਡ 'ਚ ਲੈ ਕੇ ਆਊਗਾ, ਸੈਂਟਰ ਕੋਲੇ ਸਾਰਾ ਇੱਥੋਂ ਪੰਜਾਬ ਅਸੈਂਬਲੀ ਪਾਸ ਵੀ ਕਰਦੇ
ਸਿੱਧਾ ਰਾਸ਼ਟਰਪਤੀ ਕੋਲ ਜਾਊਗਾ, ਫਿਰ ਵੀ ਰਾਸ਼ਟਰਪਤੀ ਦਸਤਖਤ ਵੀ ਕਰਦੇ ਪਾਰਲੀਮੈਂਟ ਦੇਸ਼ ਦਾ ਫਿਰ ਤੋਂ ਰੱਦ ਕਰ ਸਕਦਾ ਹੈ। ਉਹਨੂੰ ਪਤਾ ਸੀ। ਇਹਦਾ ਇੱਕੋ ਇੱਕ ਇਲਾਜ ਹੈ ਜਿਹੜਾ ਅਸੀਂ ਪਿਛਲੇ 2 ਮਹੀਨਿਆਂ ਤੋਂ, ਤੁਸੀਂ ਯਾਦ ਹੈ ਮੇਰਾ ਇੱਕੋ ਹੀ ਬਿਆਨ ਆ ਰਿਹਾ ਹੈ, ਇਹਦਾ ਇੱਕੋ ਹੀ ਤਰੀਕਾ ਹੈ ਕਿ ਜਿਵੇਂ APMC ਐਕਟ ਬਣਾਇਆ ਸੀ, APMC ਐਕਟ 'ਚ ਅਸੀਂ ਜਿਹੜੀਆਂ ਮੰਡੀਆਂ ਬਣਾਈਆਂ, ਇੱਕ ਉਹਦੇ 'ਚ ਉਹਦੇ 'ਚ ਅਸੀਂ ਇੱਕ ਮੰਡੀ ਯਾਰਡ ਬਣਾਇਆ ਸੀ, ਡਿਕਲੇਅਰ ਕੀਤਾ ਸੀ। ਮੈਂ ਬੇਨਤੀ ਕੀਤੀ ਸੀ, ਅਸੀਂ ਪ੍ਰਾਈਵੇਟ ਮੈਂਬਰ ਬਿੱਲ ਵੀ ਲੈ ਕੇ ਆਏ ਸੀ ਅਸੈਂਬਲੀ 'ਚ ਕਿ ਸਾਰੇ ਪੰਜਾਬ ਨੂੰ ਇੱਕ ਮੰਡੀ ਯਾਰਡ ਡਿਕਲੇਅਰ ਕਰ ਦਿਓ। ਜੇ ਇੱਕ ਪੂਰਾ ਪੰਜਾਬ ਹੀ ਮੰਡੀ ਯਾਰਡ ਡਿਕਲੇਅਰ ਹੋ ਗਿਆ, ਸੈਂਟਰ ਦਾ ਐਕਟ ਉੱਥੇ ਲਾਗੂ ਹੋ ਹੀ ਨਹੀਂ ਸਕਦਾ। ਫਿਰ ਆਟੋਮੈਟਿਕਲੀ ਆਪਾਂ ਉਹ ਐਕਟ ਜਿਹੜਾ ਮੰਡੀ ਯਾਰਡ ਵਾਲਾ ਆਪਣੇ ਸਟੇਟ ਸਬਜੈਕਟ ਥੱਲੇ ਲੈ ਕੇ ਆਵਾਂਗੇ, ਜਿਹੜਾ ਸਾਡੇ ਕੋਲ ਰਾਈਟ ਹੈ, ਤੇ ਸਟੇਟ ਦੇ ਰਾਈਟ ਨੂੰ ਉਹਦਾ ਕੁਝ ਕਰ ਨਹੀਂ ਸਕਦੇ। ਤੇ ਆ ਸਾਰੀ ਤਿੰਨੇ ਜਿਹੜੇ ਐਕਟ, ਜਿਹੜੇ ਆਰਡੀਨੈਂਸ ਹੈ ਯਾਰ, ਐਕਟ ਜਿਹੜੇ ਸੈਂਟਰ ਨੇ ਪਾਸ ਕੀਤੇ, ਆਪਣੇ ਆਪ ਹੀ ਰੱਦ ਹੋ ਜਾਣੇ ਸੀ। ਇਹਨੂੰ ਵੀ ਪਤਾ ਹੈ, ਪਰ ਇਹਨੇ ਜਾਣ ਕੇ ਨਹੀਂ ਕੀਤਾ ਸੀ ਕਿਉਂਕਿ ਉਹ ਸੈਂਟਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਸੋ ਹੁਣ ਉਹ ਕਹਿ ਰਹੇ ਸੀ ਅਸੀਂ ਰਾਸ਼ਟਰਪਤੀ ਕੋਲ ਜਾਣਾ ਹੈ, ਟਾਈਮ ਮੰਗਿਆ ਹੋਇਆ, ਤੁਸੀਂ ਜਾਓਗੇ ਨਾ? ਤੁਸੀਂ ਰਾਸ਼ਟਰਪਤੀ ਕੋਲ ਚਲੇ ਜਾਓ, ਤੁਸੀਂ ਕਿਤੇ ਕੋਈ ਚਲੇ ਜਾਓ। ਅਸੀਂ ਮੋਦੀ ਸਾਹਿਬ ਕੋਲ ਕਿੰਨੀ ਵਾਰ ਜਾਂਦੇ ਰਹੇ ਕਿ ਐਕਟ ਕੋਈ MSP ਪਰੇ, ਅਸੀਂ 2 ਮਹੀਨੇ 3 ਮਹੀਨੇ ਕੋਸ਼ਿਸ਼ ਕਰੀ, ਉਹਨਾਂ ਦਾ ਮਨ ਹੀ ਨਹੀਂ ਹੈ। ਸੈਂਟਰ ਸਰਕਾਰ ਦਾ ਮਨ ਹੈ ਨਹੀਂ। ਉਹਨਾਂ ਨੇ ਫੈਸਲਾ ਕਰ ਲਿਆ ਕਿ ਐਕਟ ਲਾਗੂ ਕਰਨੇ ਆ। ਤੇ ਜੇ ਤੁਸੀਂ ਹੁਣ ਚਲੇ ਜਾਓ, ਰਾਸ਼ਟਰਪਤੀ ਕੋਲ ਵੀ ਚਲੇ ਜਾਓ, ਇਹਦੇ ਕਰੋ, ਰਾਸ਼ਟਰਪਤੀ ਨੇ ਚਾਹ ਪਿਆ ਦੇਣੀ ਹੈ, ਚਾਹ ਪਾ ਕੇ ਚਲੇ ਜਾਣਾ। ਮੈਂ ਕੈਪਟਨ ਸਾਹਿਬ ਨੂੰ ਇਹ ਬੇਨਤੀ ਕਰਨਾ ਹੈ, ਕਿਉਂ ਡਰਾਮਾ ਕਰ ਰਹੇ ਹੋ? ਉਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ ਵੀ ਅਕਾਲੀ ਦਲ ਡਰਾਮੇ ਕਰ ਰਿਹਾ। ਅਸਲੀਅਤ ਕੀ ਹੈ? ਚਲੋ ਤੁਹਾਡੇ ਸਾਹਮਣੇ ਹੈ, ਤੁਸੀਂ ਤੁਹਾਡੇ ਸਾਹਮਣੇ ਮਹੀਨਾ ਦੇਖ ਲਿਓ, 2 ਮਹੀਨਾ ਦੇਖ ਲਿਓ, 3 ਮਹੀਨਾ ਦੇਖ ਲਿਓ, ਆ ਐਕਟਾਂ ਦੇ ਦਸਤਖਤ ਹੋਣੇ ਨਹੀਂ, ਐਕਟ ਬਣਨੇ ਨਹੀਂ। ਤੇ ਉੱਥੇ ਹੀ ਵਿਚਾਰੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਹੈ, ਉਹਨਾਂ ਸਾਹਮਣੇ ਵੀ ਸਾਹਮਣੀ ਚੀਜ਼ਾਂ ਆ ਜਾਣਗੀਆਂ ਕਿ ਜਿਹੜਾ ਕੁਝ ਹੋ ਰਿਹਾ। ਚਲੋ ਮੈਂ ਕੁਝ ਹੋਰ ਇਹਦੇ 'ਚ ਸਿਆਸੀ ਗੱਲਾਂ ਬਾਤਾਂ ਵੀ ਨੇ। ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹਦੇ 'ਚ ਉਹਨਾਂ ਨੇ ਕਰਨਾ ਨਹੀਂਗਾ, ਉਸ ਦੀਆਂ ਕੀ ਵਜ੍ਹਾ? ਕਿਉਂਕਿ ਤੁਸੀਂ BJP ਨੂੰ ਬਹੁਤ ਜ਼ਿਆਦਾ ਅੰਦਰੋਂ ਚੰਗੀ ਤਰ੍ਹਾਂ ਜਾਣਦੇ ਹੋ। ਇੱਕ ਛੋਟਾ ਜਿਹਾ ਅਸੀਂ ਕਮਰਸ਼ੀਅਲ ਬ੍ਰੇਕ ਲੈਣਾ। ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਸਾਡੀ ਇਹ ਖਾਸ ਗੱਲਬਾਤ ਇਸੇ ਤਰੀਕੇ ਨਾਲ ਜਾਰੀ ਰਹੇਗੀ। ਤਾਂ ਸਾਡੀ ਗੱਲਬਾਤ ਜਾਰੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੀ ਹੁਣ ਇਸ ਦੇ ਹੱਲ ਹੋ ਸਕਦੇ ਆ, ਕਿਸ ਤਰੀਕੇ ਨਾਲ ਇਸ ਪੂਰੀ ਕਵਾਇਦ ਚੋਂ ਨਿਕਲਿਆ ਜਾ ਸਕਦਾ, ਕਿਉਂਕਿ ਧਰਨੇ ਪ੍ਰਦਰਸ਼ਨ ਜਾਰੀ ਨੇ, ਸਿਆਸੀ ਪਾਰਟੀਆਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੀਆਂ ਨੇ। ਕੁਝ ਸੁਝਾਅ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤੇ ਨੇ। ਸੁਖਬੀਰ ਜੀ, ਸਵਾਲ ਤਾਂ ਫਿਰ ਇਹ ਹੈ ਕਿ ਅਲਟੀਮੇਟਲੀ ਹੱਲ ਕੀ ਹੈ? ਜੇ ਤੁਸੀਂ ਕਹਿ ਰਹੇ ਹੋ ਕਿ BJP ਨਹੀਂ ਮੰਨਦੀ, ਔਰ ਜੇ ਮੈਂ ਬਿਆਨ ਕੋਟ ਕਰਾਂ ਪ੍ਰਧਾਨ ਮੰਤਰੀ ਦੇ ਜਾਂ ਫਿਰ JP ਨੱਡਾ ਹੋਰਾਂ ਦੇ, ਉਹ ਕਹਿੰਦੇ ਵੀ ਇਹ ਤਾਂ ਵਿਚੋਲੀਏ ਨੇ, ਪ੍ਰੋਟੈਸਟ ਕਰ ਰਹੇ ਹੈ। ਸੋ ਉਹਨਾਂ ਦੀ ਮਨਸ਼ਾ ਨਹੀਂ ਲੱਗਦੀ ਦੇਖ ਕੇ ਕਿ ਇਹਦਾ ਕੋਈ ਮਸਲਾ ਹੱਲ ਕਰਨਗੇ। ਇਲਾਜ ਕੀ ਹੈ? ਉਹਨਾਂ ਦੇ ਬਿਆਨਾਂ ਤੋਂ ਹੀ ਦੇਖ ਲਓ, ਤੁਸੀਂ ਦੇਖ ਲਓ, ਉਹਨਾਂ ਨੇ ਸੈਂਟਰ ਵਜ਼ੀਰ 8-10 ਦੀ ਡਿਊਟੀ ਲਾਈ ਕਿ ਪੰਜਾਬ ਦੇ ਕਿਸਾਨਾਂ ਨੂੰ ਜਾ ਕੇ ਸਮਝਾਓ ਕਿ ਆ ਜਿਹੜੇ ਕਾਨੂੰਨ ਉਹਨੇ ਕਾਲੇ ਬਣਾਏ ਇਹਨਾਂ ਨੂੰ ਐਕਸੈਪਟ ਕਰਨ। ਉਹ ਤਾਂ ਪੂਰਾ ਪ੍ਰੈਸ਼ਰ ਪਾ ਰਿਹਾ ਕਿ ਅਸੀਂ ਤਾਂ ਆਈ ਰੱਖਣੇ ਆ ਤੇ ਇਹਨੂੰ ਸਮਝ ਕਰਨ। ਹੁਣ JP ਨੱਡਾ ਜੀ ਦਾ ਬਿਆਨ ਜਿਹੜਾ ਇੰਨਾ ਗਲਤ ਬਿਆਨ ਹੈ, ਐਡੀ ਵੱਡੀ ਪਾਰਟੀ ਦੇ ਪ੍ਰਧਾਨ ਹੈ, ਨੈਸ਼ਨਲ ਪਾਰਟੀ ਦੇ ਜਿਹੜੇ ਰੂਲਿੰਗ ਪਾਰਟੀ ਦੇ ਪ੍ਰਧਾਨ, ਕਿਸਾਨਾਂ ਨੂੰ ਵਿਚੋਲੀਆ ਕਹਿਣਾ। ਫਿਰ ਮੈਂ ਨੱਡਾ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿ ਨੱਡਾ ਸਾਹਿਬ, ਜੇ ਤੁਸੀਂ ਇਹਨਾਂ ਨੂੰ ਵਿਚੋਲੀਆ ਕਹਿੰਦੇ ਹੋ ਕਿ ਆਹ ਤਾਂ ਵਿਚੋਲੀਏ ਕਿਸਾਨ ਹੈ ਨਹੀਂ, ਫਿਰ ਉਹਨਾਂ ਨੂੰ ਸੱਦਾ ਕਿਉਂ ਦਿੱਤਾ? ਤੁਸੀਂ ਉਹਨਾਂ ਨੂੰ ਤੁਸੀਂ ਦਿੱਲੀ ਕਿਉਂ ਬੁਲਾਇਆ? 2 ਵਾਰ ਕਿਉਂ ਸੱਦਾ ਦਿੱਤਾ? ਕੀ ਤੁਸੀਂ ਵਿਚੋਲੀਏ ਨਾਲ ਗੱਲ ਕਰਨਾ ਚਾਹੁੰਦੇ? ਇਹ ਜਿਹੇ ਸ਼ਬਦ ਐਡੇ ਵੱਡੇ ਪਾਰਟੀ ਦੇ ਪ੍ਰਧਾਨ ਨੂੰ ਵਰਤਣੇ ਨਹੀਂ ਚਾਹੀਦੇ। ਕਿਸਾਨ ਪੰਜਾਬ ਦੇ ਉਹ ਹੈ ਜਿਨ੍ਹਾਂ ਨੇ ਦੇਸ਼ ਨੂੰ ਅੰਨ ਦਿੱਤਾ ਹੈ। ਅੱਜ ਜੇ ਤਾਮਿਲਨਾਡੂ ਜਾਂ ਕੇਰਲਾ ਜਾਂ ਕਰਨਾਟਕਾ, ਆਂਧਰਾ ਪ੍ਰਦੇਸ਼ ਦੇ ਲੋਕੀ ਰੋਟੀ ਖਾ ਰਹੇ ਹੈ, ਆ ਪੰਜਾਬ ਦੇ ਕਿਸਾਨਾਂ ਦੀ ਖੂਨ ਪਸੀਨੇ ਨਾਲ ਕਣਕ ਵੀ। ਕਿਸਾਨ ਜਥੇਬੰਦੀਆਂ ਸੁਖਬੀਰ ਜੀ ਇਹ ਕਹਿ ਰਹੀਆਂ ਨੇ ਵੀ ਜਿਹੜੇ ਸਾਡੇ ਪ੍ਰੋਟੈਸਟ ਨੇ, ਉਹਨਾਂ ਨੇ ਇੱਕ ਬੜਾ ਤਗੜਾ ਪ੍ਰੈਸ਼ਰ ਬਿਲਟ ਕੀਤਾ ਹੈ। ਅਕਾਲੀ ਦਲ ਨੇ ਉਸ ਦੇ ਵਿੱਚ ਅਸਤੀਫਾ ਦਿੱਤਾ, ਆਪਣੀ ਕੁਰਸੀ ਛੱਡੀ, ਉਸ ਤੋਂ ਬਾਅਦ ਭਾਈਵਾਲੀ ਤੋੜੀ, ਉਹਦੇ ਨਾਲ ਵੀ ਸਾਡੇ ਸੰਘਰਸ਼ ਨੂੰ ਮਜ਼ਬੂਤੀ ਮਿਲੀ। ਔਰ ਜੋ ਸਰਕਾਰ ਨੇ ਬਿੱਲ ਲਿਆਂਦੇ ਜਾਂ ਜਿਵੇਂ ਵੀ ਲਿਆਂਦੇ, ਉਹਨਾਂ ਨੇ ਵੀ ਕਿਹਾ ਵੀ ਜਿਹੋ ਜਿਹੇ ਵੀ ਲਿਆਂਦੇ, ਪਰ ਸਾਨੂੰ ਉਹਦੇ ਨਾਲ ਇੱਕ ਮਜ਼ਬੂਤੀ ਜ਼ਰੂਰ ਮਿਲੀ। ਪਰ ਤੁਹਾਨੂੰ ਕੀ ਲੱਗਦਾ ਕਿ ਇਹ ਸੰਘਰਸ਼ ਕੁਝ ਸਿੱਟਾ ਕੱਢੂਗਾ? ਸਿੱਟਾ ਇਹਦਾ ਬਹੁਤ ਸੌਖਾ ਹੈ। ਜਿਹੜਾ ਮੈਂ ਤੁਹਾਨੂੰ ਅੱਜ ਕਹਿਣਾ, ਕਾਂਗਰਸ ਨੇ ਤਾਂ ਕਰਨਾ ਨਹੀਂ, ਕਿਉਂਕਿ ਇਹਨਾਂ ਦੀ ਮਿਲੀ ਭੁਗਤਾ ਉੱਥੇ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣੀ, ਪਹਿਲੇ ਹਫ਼ਤੇ 'ਚ ਕੱਢ ਦਾਂਗੇ। ਸਿੱਟਾ ਇੱਕੋ ਇੱਕ ਹੈ, ਇੱਕ ਕੈਬਨਿਟ ਮੀਟਿੰਗ 'ਚ ਲਿਆ ਕੇ ਸਾਰੀ ਪੰਜਾਬ ਨੂੰ ਮੰਡੀ ਯਾਰਡ ਡਿਕਲੇਅਰ ਕਰਕੇ ਪੰਜਾਬ ਦਾ ਐਕਟ ਬਣਾ ਦਿਓ। ਕੋਈ ਸੈਂਟਰ ਦਾ ਐਕਟ ਉਹਦੇ 'ਚ ਲਾਗੂ ਹੋ ਹੀ ਨਹੀਂ ਸਕਦਾ, ਤੇ ਨਾ ਕੋਈ ਸੈਂਟਰ ਕੋਰਟ 'ਚ ਜਾ ਸਕਦੀ ਹੈ ਕਿਤੇ, ਕਿਉਂਕਿ ਉਹ ਰਾਈਟ ਸਾਡਾ ਹੈ, ਕੌਨਸਟੀਟਿਊਸ਼ਨ ਵਿੱਚ ਦਿੱਤਾ ਹੋਇਆ ਰਾਈਟ ਹੈ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿਹੜੇ ਆ ਵੱਡੀਆਂ ਕੰਪਨੀਆਂ ਨੇ, ਉਹਨਾਂ ਨੂੰ ਪੰਜਾਬ ਐਂਟਰੀ ਨਹੀਂ ਦੇਣੀ ਚਾਹੀਦੀ। ਮੇਰਾ ਮਤਲਬ ਹੈ
ਐਂਟਰੀ ਤਾਂ ਕੋਈ ਮਰਜ਼ੀ ਆ ਜੇ, ਕਿਸੇ ਨੂੰ ਕੋਈ ਰੋਕ ਆਪਾਂ ਸਕਦੇ ਨਹੀਂ, ਪਰ ਉਹ ਜਿਹੜੇ ਆਪਣੇ ਕਾਨੂੰਨ ਥੱਲੇ ਕਿਸੇ ਨਾਲ ਧੋਖਾ ਨਹੀਂ ਕਰ ਸਕਦੇ, ਕਿਸੇ ਨਾਲ ਧੱਕਾ, ਆਪਣਾ ਪੰਜਾਬ ਦਾ ਕਾਨੂੰਨ ਮੰਡੀ ਸਿਸਟਮ ਪੰਜਾਬ ਦਾ ਉਹ ਲਾਗੂ ਰਹੂਗਾ ਆਪਣਾ, ਜਿਹੜਾ ਜੇ ਤੁਸੀਂ ਸਾਰੇ ਮੰਡੀ ਜਿਵੇਂ ਅੱਜ ਹੈ ਸਥਿਤੀ, ਅੱਜ ਵੀ ਸਥਿਤੀ ਹੈ, ਉਹ ਸਥਿਤੀ ਜੇ ਅੱਜ ਰੱਖਣੀ ਹੈ, ਜਿਹੜੇ ਪੰਜਾਬ ਦੇ ਵਿੱਚ ਪਹਿਲੇ ਮੰਡੀ ਸਿਸਟਮ ਇੰਨਾ ਬਣਿਆ ਉਹਨੂੰ ਲਾਗੂ ਰੱਖਣਾ ਹੈ, ਤੇ ਕਿ ਸੈਂਟਰ ਦੇ ਐਕਟ ਨੂੰ ਰੱਦ ਕਰਨਾ, ਇੱਕੋ ਇੱਕ ਤਰੀਕਾ ਹੈ ਪੂਰੇ ਪੰਜਾਬ ਨੂੰ ਮੰਡੀ ਯਾਰਡ। ਹਿੰਦੁਸਤਾਨ ਦੇ ਸਭ ਤੋਂ ਵੱਡੇ ਕੌਨਸਟੀਟਿਊਸ਼ਨ ਐਕਸਪਰਟ ਨੇ ਆ ਰਾਏ ਦਿੱਤੀ ਹੈ, ਲਿਖਤ ਰਾਏ ਦਿੱਤੀ ਹੈ, ਤੇ ਉਹਨੇ ਕਿਹਾ ਇਹਦੇ ਬਗੈਰ ਕੋਈ ਤਰੀਕਾ ਹੀ ਨਹੀਂ। ਜੇ ਤੁਸੀਂ ਪੰਜਾਬ ਦੇ ਸਟੇਟ ਐਕਟ ਦੇ ਥੱਲੇ ਕੋਈ ਐਕਟ ਬਣਾਓਗੇ ਜਿਹੜਾ ਸਟੇਟ ਐਕਟ ਥੱਲੇ ਨਹੀਂ ਹੈ, ਸੈਂਟਰ ਨੇ ਮੰਨਣਾ ਨਹੀਂ ਤੇ ਕੋਰਟਾਂ ਨੇ ਵੀ ਨਹੀਂ ਮੰਨਣਾ। ਤੇ ਸੈਂਟਰ ਨੇ ਤਾਂ ਜੇ ਇਹ ਕਾਨੂੰਨ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਨਹੀਂ ਪਾਸ ਕਰਨੇ, ਤਾਂ ਮੰਡੀ ਯਾਰਡ ਵਾਲਾ ਵੀ ਨਹੀਂ ਪਾਸ ਕਰਨਾ। ਉਹਨਾਂ ਦੇ ਹੱਕ ਜੇ ਤੁਸੀਂ ਮੰਡੀ ਯਾਰਡ ਦਾ ਰੋਕ ਹੀ ਨਹੀਂ ਸਕਦੇ, ਕਿਉਂਕਿ ਉਹ ਪੰਜਾਬ ਉਹ ਸਟੇਟ ਸਬਜੈਕਟ ਹੈ, ਉਹ ਸਟੇਟ ਦੀ ਸੂਬੇ ਉਹ ਐਕਟ ਬਣਾ ਸਕਦੇ ਆ। ਜਿਹੜਾ ਕੌਨਸਟੀਟਿਊਸ਼ਨ ਹੈ ਨਾ, ਇਹਨੇ ਨੇ ਕੌਨਸਟੀਟਿਊਸ਼ਨ 3 ਹਿੱਸਿਆਂ 'ਚ ਵੰਡਿਆ ਗਿਆ। ਜਿਹੜਾ ਆਪਣਾ ਦੇਸ਼ ਦਾ ਕਾਨੂੰਨ ਹੈ, ਕੋਈ ਚੀਜ਼ਾਂ ਜਿਹੜੀ ਇਕੱਲੀ ਸੈਂਟਰ ਕਾਨੂੰਨ ਬਣਾ ਸਕਦੀ ਹੈ, ਕੋਈ ਚੀਜ਼ਾਂ ਜਿਹੜੀਆਂ ਇਕੱਲੀਆਂ ਸਟੇਟ ਬਣਾ ਸਕਦੀ ਹੈ, ਸੈਂਟਰ ਉਹ 'ਚ ਦਖਲ ਨਹੀਂ ਦੇ ਸਕਦੀ, ਕੋਈ ਚੀਜ਼ਾਂ ਜਿੱਥੇ ਦੋਨੋਂ ਕਰ ਸਕਦੇ ਆ, ਪਰ ਜੇ ਦੋਨੋਂ ਕਰਨਗੇ ਪਰ ਜਿਹੜਾ ਸੈਂਟਰ ਕਰੂਗੀ ਉਹਨੂੰ ਮੰਨਿਆ ਜਾਊਗਾ ਤੇ ਸਟੇਟ ਵਾਲੇ ਨੂੰ ਨਹੀਂ ਮੰਨਿਆ ਜਾਊਗਾ। ਆਹ ਕਾਨੂੰਨ ਹੈ। ਮੈਂ ਕਿਹਾ ਕਿ ਆਪਾਂ ਜਿੱਥੇ ਇਕੱਲੇ ਸਟੇਟ ਕਰ ਸਕਦੀ ਹੈ ਉਹ ਐਗਰੀਕਲਚਰ ਉੱਤੇ ਹੈ। ਜਿਹੜਾ ਆਪਾਂ APMC ਐਕਟ ਜਿਹੜਾ ਅੱਜ ਚਾਲੂ ਹੈ ਪੰਜਾਬ 'ਚ, ਅੱਜ ਤੋਂ ਪਹਿਲੇ ਚਾਲੂ ਸੀ, ਉਹ ਐਕਟ ਸਟੇਟ ਦਾ ਕਾਨੂੰਨ ਰਾਈਟ ਹੈ। ਉਹਦੇ 1961 'ਚ ਆਪਾਂ ਬਣਾਇਆ ਸੀ, ਉਹਦੇ ਵਿੱਚ ਮੰਡੀ ਯਾਰਡ ਇਕੱਲੀਆਂ ਮੰਡੀਆਂ ਸੀ ਫਿਜ਼ੀਕਲ, ਆਪਾਂ ਉਹ ਫਿਜ਼ੀਕਲ ਯਾਰਡ ਨੂੰ ਪੂਰਾ ਸਟੇਟ ਨੂੰ ਡਿਕਲੇਅਰ ਕਰ ਦਿਓ ਤੇ ਆਟੋਮੈਟਿਕ ਸੈਂਟਰ ਕੁਝ ਕਰ ਹੀ ਨਹੀਂ ਸਕਦਾ। ਸੋ BJP ਦਾ ਇਸ ਵੇਲੇ ਜਿਹੜੀ ਆਪਾਂ ਰਵੱਈਏ ਦੀ ਗੱਲ ਕਰ ਰਹੇ ਹਾਂ ਜਾਂ ਵਿਚੋਲੀਆਂ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ, ਤੁਸੀਂ ਇੰਨਾ ਲੰਮਾ ਸਮਾਂ ਉਹਨਾਂ ਦੇ ਨਾਲ ਰਹੇ ਹੋ, ਤੁਸੀਂ ਉਹਨਾਂ ਦਾ ਐਟੀਟਿਊਡ ਜਾਣਦੇ ਹੋ, ਸੋ ਕਿਸੇ ਐਂਗਲ ਤੇ ਕੋਈ ਉਮੀਦ ਹੈ? ਪੰਜਾਬ ਦੇ ਲੀਡਰ ਬਹੁਤ ਦਾਅਵਾ ਕਰ ਰਹੇ ਨੇ ਕਿ ਜੋ ਕਿਸਾਨਾਂ ਦੀ ਮੰਗ ਹੈ, ਜੋ ਉਹ ਚਾਹੁੰਦੇ ਨੇ ਅਸੀਂ ਉਹਦੇ 'ਚ ਐਡ ਕਰਵਾ ਦਿਆਂਗੇ ਜਾਂ ਉਸ ਦੇ ਵਿੱਚ ਅਮੈਂਡਮੈਂਟ ਕਰਵਾ ਦਿਆਂਗੇ। ਅਕਾਲੀ ਦਲ ਨੂੰ ਇਹ ਉਮੀਦ ਲੱਗਦੀ ਹੈ? ਜਿਹੜਾ ਉਹਨਾਂ ਦੀ ਸੋਚ ਹੈ, ਦੇਖੋ ਅਸੀਂ ਉਹਨਾਂ ਦੇ 40 ਸਾਲ ਭਾਈਵਾਲ ਰਹੇ ਹਾਂ, 35-40 ਸਾਲ ਭਾਈਵਾਲ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਪੂਰੇ ਹਿੰਦੁਸਤਾਨ 'ਚ ਕੋਈ ਪਾਰਟੀ ਕਹੀ ਜਾਏ ਕਿ ਕਿਸਾਨਾਂ ਦੀ ਜਥੇਬੰਦੀ ਹੈ ਜਾਂ ਕਿਸਾਨਾਂ ਦੀ ਆਵਾਜ਼ ਹੈ, ਕਿਸਾਨੀ ਬਾਰੇ ਸਭ ਤੋਂ ਜ਼ਿਆਦਾ ਜਾਣਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਉਂਦਾ। ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੇ ਕਿਸਾਨਾਂ ਦਾ ਲੀਡਰ ਮੰਨਿਆ ਜਾਂਦਾ, ਤੁਸੀਂ ਹਿੰਦੁਸਤਾਨ ਜਾ ਕੇ ਦੇਖ ਲਓ। ਹੁਣ ਉਹਨਾਂ ਨੇ ਐਕਟ ਬਣਾਉਣਾ ਸੀ, ਇੱਕ ਵਾਰ ਵੀ ਅਕਾਲੀ ਦਲ ਨੂੰ ਨਹੀਂ ਪੁੱਛਿਆ, ਸਾਡੀ ਲੀਡਰਸ਼ਿਪ ਨੂੰ ਪੁੱਛਿਆ ਕਿ ਆਹ ਬਣਾਉਣ ਲੱਗੇ ਹੈ। ਜਿਹੜੀ ਸੋਚ ਹੀ ਉਹਨਾਂ ਦੀ ਹੈ ਜੀ ਹੈ ਕਿ ਤੁਸੀਂ ਜੇ ਕਿਸਾਨੀ ਬਾਰੇ ਫੈਸਲੇ ਕਰਨੇ ਆ, ਘੱਟ ਤੋਂ ਘੱਟ ਕਿਸਾਨਾਂ ਦੀ ਜਥੇਬੰਦੀ, ਕਿਸਾਨਾਂ ਨੂੰ ਤੇ ਜਿਹੜੀਆਂ ਪਾਰਟੀਆਂ ਰਿਪਰੈਜ਼ੈਂਟ ਕਰਦੀਆਂ, ਅਸੀਂ ਤਾਂ ਉਹਨਾਂ ਦੇ ਲਾਈ ਹੈ, ਅਸੀਂ ਆਪੋਜੀਸ਼ਨ ਨਹੀਂ। ਆਪੋਜੀਸ਼ਨ ਤੋਂ ਨਾ ਪੁੱਛੋ ਭਾਵੇਂ, ਪਰ ਪਿਛਲੇ ਸਮੇਂ 'ਚ ਅਕਾਲੀ ਦਲ ਤੇ ਐਸੇ ਟੈਗ ਤੱਕ ਲੱਗੇ ਕਿ RSS ਦੀ ਇਹ ਜਥੇਬੰਦੀ ਹੈ, ਕਿਸਾਨੀ ਤੇ ਰਹੀ ਨਹੀਂ, BJP ਦੀ ਨਾਲ ਰਹਿਣ ਕਰਕੇ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਖਾਲਸਾ ਪੰਥ ਦੀ ਜਥੇਬੰਦੀ ਹੈ, ਸਾਡਾ RSS ਦਾ ਕੋਈ ਟੈਗ ਨਹੀਂ, ਐਸਾ ਆਪਣਾ ਸਟੈਂਡ ਹੈ। ਤੁਸੀਂ ਦੇਖਿਓ ਨਾ, ਤਾਈਓ ਉਹਨੇ ਸਾਨੂੰ ਪੁੱਛਿਆ ਹੀ ਨਹੀਂ। ਉਹਨਾਂ ਦੇ ਸੈਂਟਰ ਦੇ ਮਨ 'ਚ ਖੋਟ ਸੀ ਕਿ ਜੇ ਸਾਨੂੰ ਪੁੱਛਦੇ ਅਸੀਂ ਉਦੋਂ ਹੀ ਆਬਜੈਕਟ ਕਰ ਲੈਣਾ ਸੀ, ਸਾਨੂੰ ਤਾਂ ਦੱਸਿਆ ਹੀ ਨਹੀਂ। ਐਂਡ ਤੁਸੀਂ ਕਿਹਾ ਹੁਣ, ਦੇਖਿਆ ਹੋਣਾ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਕੋਈ ਵੀ ਫੈਸਲਾ ਸਾਨੂੰ ਕੁਰਬਾਨੀ ਦੇਣੀ ਪਏ, ਅਸੀਂ ਸਾਡੇ ਵਾਸਤੇ ਨਾ ਸਰਕਾਰ ਜ਼ਰੂਰੀ ਹੈ ਨਾ ਅਲਾਇੰਸ ਜ਼ਰੂਰੀ ਹੈ। ਕਿਉਂ ਕਹਿ ਰਿਹਾ ਸੀ? ਨਹੀਂ, ਪਰ ਤੁਸੀਂ ਉਸ ਵੇਲੇ ਉਹਨਾਂ ਕਾਨੂੰਨਾਂ ਨੂੰ ਜਾਇਜ਼ ਠਹਿਰਾਇਆ ਨਾ? ਜਾਇਜ਼ ਨਹੀਂ ਠਹਿਰਾਇਆ। ਤੁਸੀਂ ਦੇਖਿਓ, ਪਹਿਲੀ ਮਿਨਿਸਟਰ ਹੈ ਹਰਸਿਮਰਤ ਕੌਰ ਬਾਦਲ, ਜਿਨੇ ਆਪਣੇ ਕੈਬਨਿਟ ਮੀਟਿੰਗ ਵਿੱਚ ਸ਼ਰੇਆਮ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ 'ਚ ਨਹੀਂ, ਤੁਸੀਂ ਕਿਸਾਨਾਂ ਨੂੰ ਪਾਸ ਕਰਨ ਤੋਂ ਪਹਿਲੇ ਉਹਨਾਂ ਨੂੰ ਪੁੱਛੋ। ਉਦੋਂ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਕਿ ਆਹ ਤਾਂ ਇਕੱਲਾ ਕੈਬਨਿਟ ਦਾ ਪਾਸ ਹੋਇਆ, ਅਸਲੀ ਐਕਟ ਜਦੋਂ ਆਉਣਗੇ ਜੋ ਸੁਝਾਅ ਤੁਸੀਂ ਦੋਗੇ ਅਸੀਂ ਮੰਨਾਂਗੇ। ਪਰ ਉਹ ਤੁਹਾਡੇ ਤੇ ਉਲਟੇ ਇਲਜ਼ਾਮ ਲਾ ਰਹੇ ਆ ਕਿ ਉਸ ਵੇਲੇ ਅਕਾਲੀ ਦਲ ਸਾਡੇ ਨਾਲ ਸੀ, ਹੁਣੇ ਬਹਾਨੇ ਬਣਾ ਰਹੇ। ਬਿਕੋਜ਼ ਤੁਸੀਂ ਦੇਖਿਆ ਹੋਣਾ, ਪਾਰਲੀਮੈਂਟ ਦੇ ਵਿੱਚ ਜੇ ਕੋਈ ਬੰਦਾ ਬਿਆਨ ਦਿੰਦਾ ਨਾ, ਉਹ ਝੂਠ ਨਹੀਂ ਬੋਲ ਸਕਦਾ, ਕਿਉਂਕਿ ਉਹਦੇ ਤੇ ਐਕਸ਼ਨ ਹੋ ਸਕਦਾ ਹੈ, ਕੰਟੈਂਪਟ ਹੋ ਸਕਦੀ ਹੈ। ਪਾਰਲੀਮੈਂਟ ਵਿੱਚ ਮੈਂ ਕਿਹਾ, ਸਾਰੇ ਕੈਬਨਿਟ ਪਾਰਲੀਮੈਂਟ ਬੈਠਾ, ਸਾਰੇ ਮਿਨਿਸਟਰ ਬੈਠੇ ਸੈਂਟਰ ਦੇ, ਮੈਂ ਕਿਹਾ ਤੁਹਾਡੇ ਸਾਹਮਣੇ ਤੁਸੀਂ ਗਵਾਹ ਹੋ, ਹਰਸਿਮਰਤ ਕੌਰ ਬਾਦਲ ਨੇ ਆਬਜੈਕਟ ਕੀਤਾ। ਆਪਣੇ ਜਿਹੜੇ ਤੋਮਰ ਸਾਹਿਬ ਆ, ਉਹਨਾਂ ਨੇ ਵੀ ਕਿਹਾ ਆਪਣੀ ਇੱਕ ਸਪੀਚ ਕਿ ਹਰਸਿਮਰਤ ਬਾਦਲ ਨੇ ਸਾਡੇ ਉੱਤੇ ਉਹਨੂੰ ਇਸ਼ੂ ਰੇਜ਼ ਕੀਤਾ। ਪਰ ਜੇ ਉਹਨਾਂ ਦੇ ਮਨ 'ਚ ਥੋੜ੍ਹੀ ਉਹਨਾਂ ਦੇ ਮਨ 'ਚ ਖੋਟ ਸੀ,
ਕਿ ਉਹਨਾਂ ਨੇ ਉਦੋਂ ਤਾਂ ਸਾਨੂੰ ਕਹਿਤਾ ਕਿ ਅਸੀਂ ਜੋ ਕਹੋਗੇ ਅਸੀਂ ਕਰ ਲਾਂਗੇ, ਪਰ ਜਦੋਂ ਅਖੀਰ ਤੱਕ ਸਾਡੀ ਕੋਸ਼ਿਸ਼ ਰਹੀ, ਅਸੀਂ ਕਿਸਾਨਾਂ ਦੀ ਜਥੇਬੰਦੀਆਂ ਦੀ ਆਵਾਜ਼ ਉੱਥੇ ਪਹੁੰਚਾਈ। ਸਾਡੀ ਕੋਸ਼ਿਸ਼ ਸੀ ਕਿ ਉਹ ਆਵਾਜ਼ ਪਹੁੰਚਾ ਕੇ ਕੋਈ ਨਾ ਕੋਈ ਹੱਲ ਕਰਾਈਏ। ਸਾਨੂੰ ਉਮੀਦ ਸੀ ਕਿ ਅਸੀਂ 40 ਸਾਲ ਦੇ ਸਾਥੀ हैं, ਸਾਨੂੰ ਉਹ ਨਾ ਨਹੀਂ ਕਰ। ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੁਹਾਡੇ ਇਸ 'ਚ? ਬਿਲਕੁਲ ਨਹੀਂ ਫਰਕ ਪਿਆ। ਜਦੋਂ ਉਹਨਾਂ ਨੇ ਨਾ ਇਸ ਚੀਜ਼ ਤੇ ਕੋਈ ਰਿਐਕਟ ਕੀਤਾ, ਜੇ ਤੁਸੀਂ ਅਸਤੀਫਾ ਦਿੱਤਾ 2 ਮਿੰਟ 'ਚ ਐਕਸੈਪਟ ਹੋ ਗਿਆ, ਜਦੋਂ ਕਿ ਪਹਿਲਾਂ ਐ ਸੀ ਕਿ ਹੋ ਸਕਦਾ ਉਹ ਨਾ ਕਰਨਾ। ਮੈਂ ਉਹੀ ਕਹਿ ਰਿਹਾ ਚਾਹੁੰਦਾ, ਉਹ ਨੀਅਤ ਦਾ ਮਤਲਬ ਪਤਾ ਉਹਨਾਂ ਨੇ ਅਕਾਲੀ ਦਲ ਦੀ ਪਰਵਾਹ ਨਹੀਂ ਮਾਰੀ, ਮੈਂ ਸਿੱਧੇ ਸ਼ਬਦਾਂ 'ਚ ਗੱਲ ਕਰੀ। ਉਹਨਾਂ ਦੇ ਅਕਾਲੀ ਦਲ ਨਹੀਂ, ਕਿਸਾਨਾਂ ਦੀ ਪਰਵਾਹ ਨਹੀਂ ਮਾਰੀ। ਅਕਾਲੀ ਦਲ ਤਾਂ ਕੀ ਚੀਜ਼ ਹੈ? ਜੋ ਕਿਸਾਨਾਂ ਦੀ, ਪੰਜਾਬ ਦੇ ਕਿਸਾਨਾਂ ਦੀ ਭਾਵਨਾ ਸੀ, 2 ਮਹੀਨੇ ਲਗਾਤਾਰ 8-9 ਮੀਟਿੰਗਾਂ ਲੈ ਕੇ ਹਰ ਕਿਸਮ ਦੀ, ਮੈਂ ਉੱਥੇ ਉਹਨਾਂ ਦੀ ਕਿਸਾਨਾਂ ਦੀ, ਮੈਂ ਜਥੇਬੰਦੀ ਦੀ ਆਵਾਜ਼ ਲੈ ਕੇ ਗਿਆ। ਮੈਂ ਕਿਸਾਨਾਂ ਦੀ ਸਾਰੇ ਜਿੰਨੇ 32-33 ਜਥੇਬੰਦੀਆਂ ਹੈ, ਮੈਂ ਮੈਜੋਰਟੀ ਜਥੇਬੰਦੀ ਨੂੰ ਮੈਂ ਆਪ ਮਿਲਿਆ। ਮੈਂ ਉਹਨੂੰ ਪੁੱਛਿਆ ਕਿ ਦੱਸੋ ਕੀ ਕਰੀਏ, ਕੀ ਕਰਾਈਏ, ਕਿਉਂਕਿ ਸਾਨੂੰ ਉਮੀਦ ਸੀ ਕਿ ਸਾਡੇ 35 ਸਾਲ ਦਾ ਸਮਝੌਤਾ ਇਹਨਾਂ ਨਾਲ। ਤੁਸੀਂ ਤਾਂ ਇਸ ਇਸ਼ੂ ਤੇ ਗੱਲ ਕਰਦੇ ਹੋ। ਜੇ ਮੈਂ 2 ਕਦਮ ਹੋਰ ਪਿੱਛੇ ਜਾਵੜਾ, ਹਰਿਆਣਾ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਹਿਊਮਿਲੇਟ ਕੀਤਾ, ਦਿੱਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸ਼ਰੇਆਮ ਅਕਾਲੀ ਦਲ ਨੂੰ ਹਿਊਮਿਲੇਟ ਕੀਤਾ, ਫਿਰ ਵੀ ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਿਆ। ਦੇਖੋ, ਰਿਸ਼ਤੇ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਅਸੀਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਕਿ ਸਾਨੂੰ ਆਹ ਦਿਓ ਤੇ ਇਸ ਕਰਕੇ ਤੁਹਾਡੇ ਨਾਲ ਜੁੜਾਂਗੇ, ਆਹ ਕਰੋਗੇ। ਤੇ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਬੀਜੇਪੀ ਦਾ ਪਿਛਲੇ 35 ਸਾਲ ਦਾ ਸਾਂਝ ਹੈ, ਆ ਪੰਜਾਬੀਅਤ ਵਾਸਤੇ ਸੀ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ, ਪੰਜਾਬ 'ਚ ਅਮਨ ਸ਼ਾਂਤੀ ਵਾਸਤੇ ਸੀ। ਅਸੀਂ, ਸਾਡੀ ਕੋਸ਼ਿਸ਼ ਨਹੀਂ ਰਹੀ ਕਿ ਇਹਨੂੰ ਤੋੜਨ ਦੀ, ਪਰ ਜਦੋਂ ਅਖੀਰ ਵਿੱਚ ਉਹਨਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਦੋਂ ਉਹਨਾਂ ਨੇ ਜਿਹੜੀ ਕਿਸਾਨੀ, ਸਾਡੀ ਦਿਲ ਹੈ ਪੰਜਾਬ ਦਾ, ਕਿਸਾਨੀ ਤੇ ਹੀ ਵਾਰ ਹੋ ਗਿਆ, ਤੇ ਸਾਨੂੰ ਭਰੋਸਾ ਸੀ ਕਿ ਕਿਉਂਕਿ ਇੰਨੇ ਸਾਲ ਦਾ ਰਿਸ਼ਤਾ, ਸਾਡੀ ਗੱਲ ਮੋੜਨਗੇ ਨਹੀਂ। ਪਰ ਜੇ ਉਹ ਵੀ ਮੋੜਤੀ ਤੇ ਅਖੀਰ ਵਿੱਚ ਜੋ ਐਕਟ ਪਾਰਲੀਮੈਂਟ 'ਚ ਆਇਆ, ਅਸੀਂ ਅਖੀਰਲੇ ਦਿਨ ਮੈਂ ਬੀਜੇਪੀ ਦੇ ਪ੍ਰਧਾਨ ਨੱਡਾ ਸਾਹਿਬ ਕੋਲ ਗਿਆ। ਮੈਂ ਨੱਡਾ ਸਾਹਿਬ ਨੂੰ ਕਿਹਾ ਕਿ ਤੁਸੀਂ ਜਿਹੜੇ ਐਕਟ ਨਾ ਲੈ ਕੇ ਆਓ ਇਸ ਅਸੈਂਬਲੀ ਪਾਰਲੀਮੈਂਟ 'ਚ, ਤੁਸੀਂ ਅਗਲੇ ਪਾਰਲੀਮੈਂਟ 'ਚ ਲੈ ਜਾਓ, ਉਦੋਂ ਤੱਕ ਤੁਸੀਂ ਕਿਸਾਨਾਂ ਦੀ ਗੱਲ ਸੁਣ ਕੇ ਜੋ ਚੀਜ਼ ਚਾਹੁੰਦੇ ਹੋ ਪਾ ਲਓ। ਜਦੋਂ ਉਹਨਾਂ ਨੇ ਨਹੀਂ ਐਕਟ ਨੂੰ ਰੋਕਿਆ, ਫਿਰ ਲਿਆਂਦਾ ਲੈਸੈਂਸ, ਫਿਰ ਵੀ ਮੈਂ ਗਿਆ ਨੱਡਾ ਸਾਹਿਬ ਕੋਲੇ। ਮੈਂ ਕਿਹਾ ਐਂ ਕਰੋ, ਤੁਸੀਂ ਲੈ ਆਏ ਹੋ, ਤੁਸੀਂ ਐਂ ਕਰੋ, ਪਾਰਲੀਮੈਂਟ ਦੀ ਕਮੇਟੀ ਨੂੰ ਦੇ ਦਿਓ, ਜਿਹੜੀ ਕਮੇਟੀ ਸਾਰੇ ਪੋਲੀਟੀਕਲ ਪਾਰਟੀ ਦੇ ਮੈਂਬਰ ਆ ਜਾਂਦੇ ਆ, ਉਹ ਸਾਰੇ ਕਿਸਾਨ ਜਥੇਬੰਦ ਸਾਰਿਆਂ ਨੂੰ ਬੁਲਾਉਣਗੇ, ਉਹਨਾਂ ਨੂੰ ਵਿਚਾਰ ਲੈਣਗੇ। ਪਾਰਲੀਮੈਂਟ ਦੀ ਕਮੇਟੀ ਦੇ ਬਾਅਦ ਤੁਸੀਂ ਲੈ ਕੇ ਆਓ ਜੋ ਸੁਝਾਅ ਲੈ ਕੇ, ਕਿਉਂਕਿ ਆ ਪਹਿਲੀ ਵਾਰ ਨਹੀਂ, ਬਹੁਤ ਹਜ਼ਾਰਾਂ ਕੇਸ ਹੈ ਜਿੱਥੇ ਕੋਈ ਵਿਵਾਦ ਪੈ ਜਾਂਦਾ ਹੈ, ਪਾਰਲੀਮੈਂਟ ਦੀ ਕਮੇਟੀ ਬਣ ਜਾਂਦੀਆਂ ਸਾਰੇ ਐਮਪੀਆਂ ਦੀਆਂ, ਅਲੱਗ-ਅਲੱਗ ਪਾਰਟੀਆਂ ਦੀ, ਉਹ ਫਿਰ ਲੋਕਾਂ ਨੂੰ ਪੁੱਛ ਕੇ ਜੋ ਸੋਧ ਕਰਨਾ ਕਰ ਦਿੰਦੇ ਆ। ਅਸੀਂ ਉਹਨੂੰ ਕਿਹਾ ਚਲੋ ਪਾਰਲੀਮੈਂਟ ਕਮੇਟੀ ਕਰੋ, ਪਰ ਇਹਨਾਂ ਦੇ ਮਨ ਸੀ ਕਿ ਅਸੀਂ ਧੱਕੇ ਨਾਲ ਪਾਸ ਕਰਨਾ ਹੈ। ਜਦੋਂ ਅਸੀਂ ਦੇਖਿਆ ਕਿ ਇਹਨਾਂ ਨੇ ਧੱਕੇ ਨਾਲ ਕਰਨਾ ਹੀ ਹੈ, ਅਸੀਂ ਉਸੇ ਟਾਈਮ ਤੇ ਅਸੀਂ ਕਹਿਤਾ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ, ਤੇ ਅਸੀਂ ਉੱਥੇ ਨਾਲ ਦੇ ਨਾਲ ਅਸਤੀਫਾ ਦੇਤਾ। ਤੁਹਾਨੂੰ ਕਿਸੇ ਨੇ ਕੋਸ਼ਿਸ਼ ਕੀਤੀ ਗੱਲ ਕਰ? ਅਸੀਂ ਤਾਂ, ਮੈਂ ਤੁਹਾਡੇ ਸਾਹਮਣੇ, ਮੈਂ ਅਖੀਰ ਤੱਕ ਸਾਡੀ ਕੋਸ਼ਿਸ਼ ਸੀ ਕਿ ਆ ਬਿੱਲ 'ਚ ਸੋਧ ਕਰਕੇ ਲੈ ਕੇ ਆਉਣ, ਪਰ ਜਦੋਂ ਨਹੀਂ ਕੀਤਾ, ਪਾਣੀ ਉੱਤੇ ਟੱਪ ਗਿਆ, ਫਿਰ ਸਾਡੇ ਕੋਲ ਚਾਰਾ ਨਹੀਂ, ਅਸੀਂ ਕਲੀਅਰ ਕਰਤਾ ਕਿ ਅਸੀਂ ਛੱਡ ਦਿੱਤਾ। ਪਰ ਵੱਡੀ ਗੱਲ ਉਦੋਂ ਵੀ ਮੈਂ ਦੇਖੀ, ਇੱਕ ਕਾਂਗਰਸ ਨੇ ਉੱਥੇ ਵੀ, ਪੰਜਾਬ ਵਿੱਚ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਤੇ ਸਾਰੇ ਕਿਸਾਨਾਂ ਦੀ ਇੱਕ ਗੱਲ ਸੀ ਕਿ ਉੱਥੇ ਸਾਰੀਆਂ ਐਮਪੀਆਂ ਨੂੰ, ਜਿਵੇਂ ਇੱਥੇ ਅਸੈਂਬਲੀ ਵਿੱਚ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਕੇ ਇੱਕ ਆਵਾਜ਼ ਬਣੀਏ, ਉੱਥੇ ਵੀ ਬੇਨਤੀ ਕੀਤੀ ਕਿ ਆਪਾਂ ਪਾਰਲੀਮੈਂਟ ਵਿੱਚ ਇੱਕ ਆਵਾਜ਼ ਬਣੀਏ, ਪੰਜਾਬ ਦੇ ਐਮਪੀ ਉੱਥੇ ਵੋਟ ਉਲਟ ਪਾਈਏ ਇਸ ਕਾਨੂੰਨ ਦੇ ਵੋਟ। ਜਿਹੜਾ ਵੋਟ ਉਲਟ ਨਹੀਂ ਪਾਊਗਾ, ਇਹਦਾ ਮਤਲਬ ਉਹ ਆਵਾਜ਼ ਦੇ ਹੱਕ 'ਚ ਨਹੀਂ ਹੈ। ਆ ਜਿਹੜੇ ਐਕਟ ਜਦੋਂ ਪਾਰਲੀਮੈਂਟ 'ਚ ਆਏ, ਜੇ ਵੋਟ ਉਲਟ ਪਾਈ, ਕੱਲੇ ਸੁਖਬੀਰ ਸਿੰਘ ਬਾਦਲ ਨੇ ਤੇ ਹਰਸਿਮਰਤ, ਪਰ ਉਹ ਤਰਕੇ ਦੇ ਪਿੱਛੇ ਬਾਕੀ ਕਾਂਗਰਸ ਦੇ ਐਮਪੀ ਵੋਟਿੰਗ ਹੋਈ ਨਹੀਂ, ਕਾਂਗਰਸ ਦੇ ਐਮਪੀ ਸਾਰੇ ਵਾਕਆਊਟ ਕਰ ਗਏ। ਇੱਥੇ ਸਾਰੇ ਕਿਸਾਨਾਂ ਨੇ ਕਿਹਾ ਸੀ ਜੇ ਵਾਕਆਊਟ ਕਰੋਗੇ ਮਤਲਬ ਤੁਸੀਂ ਸਾਡੇ, ਪਰ ਉਹ ਕਹਿੰਦੇ ਵੀ ਉੱਥੇ ਹਾਂ ਨਾ ਪੁੱਛਦੇ ਹੁੰਦੇ ਆ, ਜਿਹਦੀ ਆਵਾਜ਼ ਜ਼ਿਆਦਾ ਹੈ ਉਹਨਾਂ ਦਾ ਪਾਸ ਹੋ ਜਾਂਦਾ। ਨਾ ਕਰਨ ਵਾਸਤੇ ਬਹਿ ਨਹੀਂ ਸਕਦੇ ਸੀ, ਨਾ ਕਰਨ ਵਾਸਤੇ ਬਹਿ ਨਹੀਂ। ਆ ਜਿਹੜਾ ਅਸੈਂਬਲੀ 'ਚ ਜਿਹੜਾ ਹੁਣ ਵੋਟ ਅਸੈਂਬਲੀ 'ਚ ਐਕਟ ਪਾਸ ਕੀਤਾ ਹੈ, ਆ ਵੋਟਿੰਗ ਹੋਈ ਹੈ। ਤੁਸੀਂ ਕਹਿ ਰਹੇ ਹੋ ਕਾਂਗਰਸ ਡਬਲ ਸਟੈਂਡਰਡ ਕਰ ਰਹੀ ਹੈ ਜਾਂ ਅਮਰਿੰਦਰ ਸਿੰਘ ਦੀ ਉਹਨਾਂ ਨਾਲ ਸੈਟਿੰਗ ਹੈ, ਰਲੇ ਹੋਏ ਨੇ। ਉਹ ਕਹਿੰਦੇ ਇਹ ਡਰਾਮੇ ਕਰ ਰਹੇ ਨੇ, ਸਾਨੂੰ ਹਜੇ ਵੀ ਇਸ ਚੀਜ਼ ਦਾ ਸ਼ੱਕ ਹੈ ਕਿ ਇਲੈਕਸ਼ਨ ਤੋਂ ਬਾਅਦ ਇਹ ਫਿਰ ਇਕੱਠੇ ਹੋ ਜਾਣਗੇ। ਸੋ ਮਾੜਾ ਜਿਹਾ ਕਲੀਅਰ ਕਰੋ, ਬਹੁਤ ਸਾਰੇ ਪੰਜਾਬ ਦੇ ਦਰਸ਼ਕ ਤੁਹਾਨੂੰ ਸੁਣ ਰਹੇ ਹੈ। ਚਲੋ ਉਹ ਕੀ ਕਹਿੰਦੇ ਨੇ, ਪੋਲਿਟਿਕਸ ਕੀ ਕਹਿੰਦੀ ਹੈ। ਮੈਂ ਤੁਹਾਡੇ ਤੋਂ ਸਪਸ਼ਟ ਸਵਾਲ ਪੁੱਛਦਾ ਕਿ ਹਜੇ ਵੀ ਕੋਈ ਬੀਜੇਪੀ ਦੇ ਨਾਲ ਨੇੜਤਾ, ਕੋਈ ਭਾਈਚਾਰਾ, ਕੋਈ ਗੱਲਬਾਤ, ਕੋਈ ਐਸੇ ਚਾਂਸਸ ਹੈ ਅਕਾਲੀ ਦਲ? ਬਿਲਕੁਲ ਨਹੀਂ।
मैं श्रोमणी अकाली दल के प्रधान होने के नाते कहना चाहना है, जो उन्होंने पंजाब की किसानी ते वार किया है, ये बाद साढ़े असी उन्होंने जे असी रिश्ता ही तोड़ता, असी कोई परवाह नहीं की। कैप्टन साहब तो कहते ना कि मेरी जेब च इस्तीफा है तो मैं जो मर्जी मैं दे दूँगा। इस्तीफा जेब च रखने वास्ते नहीं होंदा, देना होंदा है, दिगरा चाहिए देने वास्ते। असी एक मिनट नहीं लाया, असी इस्तीफा भी दिता ते नाले पार्टी नाल नाता भी तोड़िया। असी दोगलियां गेमां नहीं खेडियां। साडी श्रोमणी अकाली दल 100 साल पुरानी पार्टी है, असी इतिहासक है, जबान दे पक्के हैं। जो बादल साहब दे वादे भी करते होंदे सी, पूरे करते सी। जो स्टैंड साडा है, साडी वो पार्टी है, साडे वास्ते सरकारां नहीं है ਜ਼ਰੂਰੀ। ਤੁਸੀਂ ਅਸਤੀਫੇ ਦਾ ਜ਼ਿਕਰ ਕੀਤਾ, ਮੈਨੂੰ ਯਾਦ ਆ ਗਈ ਇਹ ਗੱਲ। ਪਿਛਲੇ ਕਈ ਦਿਨਾਂ ਦੀ ਇਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਉਹ ਕਹਿ ਰਹੇ ਆ ਮੈਂ ਅਸਤੀਫਾ ਦਿੰਦਾ। ਹੋਰ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ ਜਾਂ ਦੂਜੀਆਂ ਪਾਰਟੀਆਂ ਦੇ ਲੀਡਰ ਨੇ ਜਾਂ ਫਿਰ ਜਿਹੜੇ ਕੋਈ ਇੰਟੈਲੈਕਚੁਅਲਸ ਨੇ, ਪੱਤਰਕਾਰ ਨੇ, ਇਹਨਾਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ ਕਿ ਪੰਜਾਬ 'ਚ ਗਵਰਨਰ ਰਾਜ ਲੱਗ ਸਕਦਾ ਹੈ, ਰਾਸ਼ਟਰਪਤੀ ਰਾਜ ਜਿਹੜਾ ਹੈ ਲਾਗੂ ਹੋ ਸਕਦਾ ਹੈ। ਇਹ ਕਿਉਂ ਵਾਰ-ਵਾਰ ਇਸ ਚੀਜ਼ ਦੀ ਚਰਚਾ ਹੋ ਰਹੀ ਹੈ ਔਰ ਤੁਹਾਡੇ ਹਿਸਾਬ ਨਾਲ ਬੀਇੰਗ ਪੋਲੀਟੀਸ਼ੀਅਨ ਤੁਹਾਡਾ ਤਜਰਬਾ ਕੀ ਕਹਿੰਦਾ, ਲੱਗ ਸਕਦਾ ਹੈ? ਕੈਪਟਨ ਅਮਰਿੰਦਰ ਸਿੰਘ ਤੇ ਸੈਂਟਰ ਸਰਕਾਰ ਇੱਕ ਹੈ, ਕੋਈ ਰਾਸ਼ਟਰਪਤੀ ਰਾਜ ਨਹੀਂ ਆਉਂਦਾ। ਡਰਾਮਾ ਦੋਨੋਂ ਖੇਡੀ ਜਾਂਦੇ ਆ। ਅਸਤੀਫਾ ਮੈਨੂੰ ਮੈਂ ਕੁਰਬਾਨੀ ਦੇ ਦੂੰਗਾ, ਅਸਤੀਫਾ ਦੇ ਦੂੰਗਾ। ਉਹ ਵਾਰ-ਵਾਰ ਕਹਿੰਦੇ ਆ ਰਾਸ਼ਟਰਪਤੀ ਰਾਜ ਲੱਗ ਜਾਏਗਾ, ਕਿਉਂ ਫਿਰ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਪੋਲੀਟੀਕਲੀ ਸੂਟ ਕਰਦਾ? ਆ ਇੱਕ ਗੁੰਮਰਾਹ ਕਰ ਰਹੇ ਆ। ਜਿਵੇਂ ਉਹਨੇ ਕਹਿਤਾ ਕਿ ਅਸੀਂ ਐਕਟ ਲਿਆਂਦਾ ਤੇ ਲੱਡੂ ਵੰਡਤੇ। ਤੁਸੀਂ ਹੈਰਾਨ ਹੈ, ਕਾਂਗਰਸੀਆਂ ਨੇ ਲੱਡੂ ਵੰਡਤੇ, ਹਲੇ ਤੱਕ ਨਾ ਗਵਰਨਰ ਪ੍ਰੈਜ਼ੀਡੈਂਟ ਦੇ ਨਾਲ ਐਕਟ ਲਾਗੂ ਹੈ ਤੇ ਲੱਡੂ ਵੰਡਤੇ। ਤੇ ਬੋਰਡ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਲਾਤੇ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਰਾਖਾ। ਇਹਨੇ ਜਦੋਂ ਪਾਣੀਆਂ ਦਾ ਬਿੱਲ ਰੱਦ ਕੀਤਾ ਸੀ, ਉਦੋਂ ਵੀ ਬਹੁਤ ਵੱਡਾ ਧੋਖਾ ਪੰਜਾਬ ਨਾਲ ਕੀਤਾ ਸੀ। ਉਦੋਂ ਵੀ ਐਵੇਂ ਕੀਤਾ ਸੀ। ਉਦੋਂ ਵੀ ਅਸੈਂਬਲੀ 'ਚ ਜਦੋਂ ਪਾਣੀ ਦੀ ਗੱਲ ਆਈ ਸੀ, ਉਹਨੂੰ ਪਹਿਲੇ ਵਾਟਰ ਟਰਮੀਨੇਸ਼ਨ ਐਕਟ ਹੈ, ਉਹਨੇ ਕਿਸੇ ਨੂੰ ਨਹੀਂ ਦਿਖਾਇਆ। ਉਹਨੇ ਅਸੈਂਬਲੀ 'ਚ ਲਿਆਂਦਾ ਤੇ ਬਾਦਲ ਸਾਹਿਬ ਸਾਡੀ ਪਾਰਟੀ ਨੂੰ ਕਿਹਾ ਕਿ ਜੀ ਪੇਸ਼ ਕਰਤਾ ਤੇ ਨਾਲ ਦੇ ਨਾਲ ਵੋਟਾਂ ਆਪਣਾ ਪਾਸ ਕਰਕੇ ਨਾ 15-20 ਮਿੰਟਾਂ 'ਚ ਤੇ ਗਵਰਨਰ ਕੋਲ ਲੈ ਗਏ। ਉਦੋਂ ਬਹੁਤ ਵੱਡਾ ਨੁਕਸਾਨ ਜਿਹੜਾ ਕੈਪਟਨ ਨੇ ਪਾਣੀਆਂ ਦੇ ਵਿੱਚ ਕੀਤਾ ਹੈ। ਉਹਨੇ ਸੈਕਸ਼ਨ 5 ਜਿਹੜਾ ਵਾਟਰ ਟਰਮੀਨੇਟ ਐਕਟ ਹੈ, ਉਹਦੇ ਸੈਕਸ਼ਨ 5 ਵਿੱਚ ਕੀ ਲਿਖਤਾ? ਉਹਨੇ ਲਿਖਤਾ ਕਿ ਜਿਹੜਾ ਪਾਣੀ ਅੱਜ ਹਰਿਆਣੇ ਨੂੰ ਜਾ ਰਿਹਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ, ਉਹ ਜਾਂਦਾ ਰਹੂਗਾ। ਉਹਨੇ ਮੋਹਰ ਲਾਤੀ, ਪੰਜਾਬ ਦੀ ਅਸੈਂਬਲੀ ਦੀ ਮੋਹਰ ਲਾਤੀ। ਜਿਹੜਾ ਆਪਾਂ ਐਸਵਾਈਐਲ ਕਨਾਲ ਦੀ ਲੜਾਈ ਲੜ ਰਹੇ ਹਾਂ, ਜਿਹੜਾ ਆਪਾਂ ਕਹਿ ਰਹੇ ਹਾਂ ਕਿ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣਾ ਚਾਹੀਦਾ, ਜਿਹੜਾ ਗਿਆ ਹੈ ਉਹ ਧੋਖਾ ਹੈ, ਕੈਪਟਨ ਤਾਂ ਮੋਹਰ ਲਾਤੀ। ਉਦੋਂ ਕਿਹੜਾ ਉਦੋਂ ਧੱਕੇ ਨਾ ਕਰ ਗਿਆ। ਤੇ ਸੁਪਰੀਮ ਕੋਰਟ ਨੇ ਵੀ ਕਿਹਾ, ਫਿਰ ਜਦੋਂ ਅਸੀਂ ਪਾਣੀਆਂ ਦੀ ਗੱਲ ਕੀਤੀ, ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਆਪਣੇ ਅਸੈਂਬਲੀ ਨੇ ਆ ਐਕਟ ਪਾਸ ਕੀਤਾ ਜਿੱਥੇ ਤੁਸੀਂ ਕਿਹਾ ਕਿ ਜੋ ਪੰਜਾਬ ਹਰਿਆਣੇ ਨੂੰ ਪਾਣੀ ਜਾਂਦਾ, ਰਾਜਸਥਾਨ ਨੂੰ ਜਾਂਦਾ ਹੈ, ਉਹ ਸਹੀ ਹੈ। ਸੋ ਮੈਂ ਕਹਿੰਦਾ ਇਹਨੇ ਪਹਿਲੇ ਵੀ ਨੁਕਸਾਨ ਕੀਤਾ, ਇੱਥੇ ਵੀ ਦੋਗਲੀ ਗੇਮ ਖੇਡੀ ਹੈ। ਪਰ ਹੁਣ ਤੁਸੀਂ ਦੇਖੋ, ਇੱਕ ਸਵਾਲ ਤਾਂ ਮੇਰਾ ਕਿਸਾਨੀ ਨਾਲ ਰਿਲੇਟਡ ਹੈ, ਫਿਰ ਇੱਕ ਮੈਂ ਤੁਹਾਡੇ ਤੋਂ ਸਿਆਸੀ ਸਵਾਲ ਵੀ ਪੁੱਛਣਾ। ਕਿਸਾਨ ਇਸ ਵੇਲੇ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਤੋਂ ਤੁਸੀਂ ਵੀ ਸਮਝਦੇ ਹੋਵੋਗੇ ਕਿ ਬਹੁਤ ਔਖੇ ਹੋ ਚੁੱਕੇ। ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਅਕਾਲੀ ਦਲ ਕਿਸਾਨਾਂ ਦੀ ਨੁਮਾਇੰਦਾ ਜਮਾਤ ਹੈ, ਪਰ ਕਿਸਾਨ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਧਰਨਿਆਂ 'ਚ ਨਹੀਂ ਆਉਣ ਦੇ ਰਹੇ, ਚਾਹੇ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ। ਕਿਉਂ ਐਸੀ ਸਿਚੁਏਸ਼ਨ ਬਣੀ? ਮੈਂ ਤਾਂ ਆ ਵੀ ਕਿਹਾ ਸੀ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਕਿਸਾਨ ਜਥੇਬੰਦੀ ਨੂੰ ਕਿ ਸਾਨੂੰ ਕੋਈ ਚੌਧਰ ਦੀ ਲੋੜ ਨਹੀਂ। ਅਸੀਂ ਲੜਾਈ ਲੜਨ ਨੂੰ ਤਿਆਰ ਹਾਂ ਤੇ ਲੜ ਰਹੇ ਹਾਂ। ਸਭ ਤੋਂ ਵੱਡੀ ਤਾਂ ਜੇ ਤੁਸੀਂ ਦੇਖੋ, ਆਸ ਜਿਹੜੀ ਮੁਹਿੰਮ ਹੈ, ਇਹਨੂੰ ਬਲ ਕਿਦੋਂ ਮਿਲਿਆ? ਜਦੋਂ ਅਸੀਂ ਕੈਬਨਿਟ ਤੋਂ ਅਸਤੀਫਾ ਦਿੱਤਾ ਤੇ ਬੀਜੇਪੀ ਤੋਂ ਨਾਤਾ ਤੋੜਿਆ ਨਾ। ਤੁਸੀਂ ਦੇਖੋ ਪੂਰੇ ਦੇਸ਼ 'ਚ ਕਿਹੜਾ ਬੀਜੇਪੀ ਨੂੰ ਝਟਕਾ ਲੱਗਿਆ। ਪੂਰੇ ਦੇਸ਼ 'ਚ ਪਤਾ ਲੱਗ ਗਿਆ ਕਿ ਕਿਸਾਨਾਂ ਦੀ ਕੀ ਲੜਾਈ ਚੱਲ ਰਹੀ ਹੈ। ਉਦੋਂ ਪਹਿਲੇ ਤਾਂ ਤੁਸੀਂ ਦਿੱਲੀ ਨਹੀਂ ਗਏ? ਦਿੱਲੀ ਕਿਉਂ ਨਹੀਂ ਤੁਸੀਂ? ਦਿੱਲੀ ਸਾਡੇ ਯੂਥ ਵਾਲੇ ਸਾਡੇ ਲਗਾਤਾਰ ਪ੍ਰੋਗਰਾਮ ਚੱਲਦੇ ਰਹੇ, ਯੂਥ ਅਕਾਲੀ ਦਲ ਦਾ ਹੀ ਪ੍ਰੋਗਰਾਮ। ਅਸੀਂ ਇਹਦਾ ਮਤਲਬ ਨਹੀਂ ਹੈ ਕਿ ਇਕੱਲਾ ਦਿੱਲੀ ਜਾਣਾ ਹੈ। ਦਿੱਲੀ ਨਹੀਂ, ਪਰ ਇੱਕ ਪ੍ਰਭਾਵ ਹੈ ਨਾ ਕਿ ਜੇ ਪੋਲੀਟੀਕਲ ਪਾਰਟੀਆਂ ਉੱਥੇ ਜਾ ਕੇ ਧਰਨਾ ਦੇਣਗੀਆਂ ਤਾਂ ਉਹਦੇ ਨਾਲ ਫਰਕ ਪੈਂਦਾ ਹੈ, ਇੱਕ ਆਵਾਜ਼ ਜ਼ਿਆਦਾ ਮਜ਼ਬੂਤੀ ਨਾਲ ਜਾਂਦੀ ਹੈ। ਕਿ ਝੋਨੇ ਦੀ ਫਸਲ ਤੇ ਫਸਲਾਂ ਪੰਜਾਬ ਦੇ ਕਿਸਾਨ ਸਾਰੇ ਝੋਨੇ ਫਸਲ ਦੇ ਆਗੇ ਲੱਗੇ ਸੀ। ਫਸਲ ਕੋਈ ਪਲੈਨਿੰਗ ਹੈ ਅਗਲੇ ਦਿਨਾਂ 'ਚ? ਜ਼ਰੂਰ ਸਾਡੀ ਪਲੈਨਿੰਗ ਹੈ। ਅਸੀਂ ਮੈਂ ਕੱਲ ਦੱਸਾਂ, ਜੇ ਲੜਾਈ ਲੜ ਸਕਦਾ ਤੇ ਲੜੇਗਾ ਤੇ ਆਵਾਜ਼ ਬਣੇਗਾ। ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਸਟੈਂਡ ਤੇ ਖੜਾ ਤੇ ਖੜਾ ਰਹੂਗਾ। ਬੀਜੇਪੀ ਪਿਛਲੇ ਦਿਨਾਂ 'ਚ ਬਹੁਤ ਐਕਟਿਵ ਹੋ ਗਈ ਹੈ ਪੰਜਾਬ ਦੇ ਵਿੱਚ। ਬਹੁਤ ਸਾਰੇ ਐਸੇ ਲੀਡਰ ਜਿਨ੍ਹਾਂ ਦੇ ਨਾਮ ਵੀ ਨਹੀਂ ਪਹਿਲਾਂ ਕਦੇ ਸ਼ਾਇਦ ਸੁਣੇ ਸੀ, ਹੁਣ ਉਹ ਬਹੁਤ ਜ਼ਿਆਦਾ ਐਕਟਿਵ ਨੇ ਔਰ ਠੋਕ ਕੇ ਦਾਅਵੇ ਕਰ ਰਹੇ ਨੇ ਕਿ 117 ਸੀਟਾਂ ਤੇ ਲੜਾਂਗੇ ਤੇ ਅਕਾਲੀ ਦਲ ਨੂੰ ਦਿਖਾਵਾਂਗੇ ਕਿ ਸਾਡੀ ਪਾਵਰ ਕੀ ਹੈ। ਤੁਸੀਂ ਕਿਵੇਂ ਅਸੈਸ ਕਰ ਰਹੇ ਹੋ ਇਸ ਚੀਜ਼? ਬਹੁਤ ਚੰਗੀ ਗੱਲ ਹੈ, ਕਿਉਂਕਿ ਹਰ ਪਾਰਟੀ ਨੂੰ ਰਾਈਟ ਹੈ ਕਿ ਆਪਣਾ ਇਲੈਕਸ਼ਨ ਲੜਨ ਦਾ
ਤੇ ਖੁਸ਼ੀ ਹੈ ਜਿਹੜਾ ਉਹਨਾਂ ਦੀ ਸੋਚ ਹੈ ਕਰਕੇ ਦੇਖ ਲੈਣ। ਪਰ ਮੈਂ ਉਹਨਾਂ ਦੀ ਲੀਡਰਸ਼ਿਪ ਨੂੰ ਇੱਕ ਬੇਨਤੀ ਕਰਨਾ ਜ਼ਰੂਰ ਚਾਹਾਂਗਾ ਕਿ ਬਿਆਨ ਐਜੇ ਨਾ ਦਿਓ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏ। ਉਹਨਾਂ ਦੇ ਇੱਕ ਬਹੁਤ ਸੀਨੀਅਰ ਲੀਡਰ ਨੇ ਐਜੇ ਗਲਤ ਬਿਆਨ ਦਿੱਤੇ ਕਿ ਜੇ ਤੁਸੀਂ ਸਾਡੇ ਤੇ ਦੋ ਪੈਰਾਂ ਨਾਲ ਤੁਸੀਂ ਤੁਰ ਕੇ ਆਓਗੇ ਤੇ ਸਟ੍ਰੈਚਰਾਂ 'ਚ ਭੇਜਾਂਗੇ। ਇਹ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਇਹ ਜਿਹੀਆਂ ਗੱਲਾਂ ਮਾਹੌਲ ਖਰਾਬ ਕਰਨ ਵਾਲੀਆਂ। ਮੈਂ ਬੀਜੇਪੀ ਨੂੰ ਬੇਨਤੀ ਕਰਨਾ ਚਾਹੁੰਦਾ, ਇਹ ਜੇ ਗੱਲ ਨਾ ਕਰੋ, ਇਹ ਜਿਹਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ। ਜੇ ਇਲੈਕਸ਼ਨ ਲੜਨਾ ਤੁਹਾਨੂੰ ਕੋਈ ਰੋਕਦਾ ਨਹੀਂ, ਇਲੈਕਸ਼ਨ ਲੜ ਲਓ, ਆਪਣਾ ਸ਼ੌਂਕ ਪੂਰਾ ਕਰ ਲਓ, ਪਰ ਮਾਹੌਲ ਖਰਾਬ ਨਾ ਕਰੋ। ਉਹ ਪੰਜਾਬੀ ਕਿਸੇ ਟਾਈਮ ਕਿਸੇ ਹੱਦ ਟੋਲਰੇਟ ਨਹੀਂ ਕਰਦੇ। ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਐਕਟਿਵ ਨੇ, ਜਾਂ ਬੜੇ ਸਾਰੇ ਸਮਾਜ ਸੇਵੀ ਇੰਡੀਵਿਜੂਅਲ ਤੌਰ ਤੇ ਚਿਹਰੇ ਬੜੇ ਐਕਟਿਵ ਹੋਏ ਨੇ ਇਸ ਪੂਰੇ ਸੰਘਰਸ਼ ਦੇ ਵਿੱਚ, ਚਾਹੇ ਕਲਾਕਾਰ ਵੀ ਹੋਣ ਜਾਂ ਕਿਸੇ ਐਂਗਲ ਤੋਂ ਲਾ ਲਓ। ਔਰ ਅਗਲੇ ਦਿਨਾਂ 'ਚ ਇਹ ਚਰਚਾ ਚੱਲ ਪਈ ਹੈ ਕਿ ਪੰਜਾਬ ਦੇ ਵਿੱਚ ਨਵੇਂ ਚਿਹਰੇ ਆਉਣੇ ਚਾਹੀਦੇ ਆ, ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ। ਆ ਜਿਹੜੀ ਤੁਸੀਂ ਗੱਲ ਕਰ ਰਹੇ ਨਾ, ਹਰ ਬੰਦੇ ਨੂੰ ਰਾਈਟ ਹੈ ਮੈਦਾਨੇ ਜੰਗ 'ਚ ਉਤਰਨਾ, ਪਰ ਲੋਕ ਜਨਤਾ ਨੂੰ ਪਤਾ ਹੈ ਕਿਹੜੀ ਪਾਰਟੀ ਨੂੰ, ਕਿਹੜੇ ਲੀਡਰ ਨੂੰ ਟਰਸਟ ਕਰਦੇ ਆ। ਤੁਸੀਂ ਦੇਖਿਆ ਆਮ ਆਦਮੀ ਪਾਰਟੀ ਆਈ ਸੀ, ਭਗਤ ਸਿੰਘ ਦੇ ਨਾਂ ਤੇ ਉਹਨੇ ਬੜੀਆਂ ਗੱਲਾਂ ਕੀਤੀਆਂ, ਇਨਕਲਾਬ ਦੀ ਗੱਲ ਕੀਤੀ। ਕੋਈ ਇਨਕਲਾਬ ਵਾਲੇ ਉਹਨਾਂ ਦੇ ਕੋਈ ਲੱਛਣ ਸੀ? ਕਈ ਲੋਕ ਆਪਣੀਆਂ ਪੋਜੀਸ਼ਨਾਂ ਨੂੰ ਫਾਇਦਾ ਲੈ ਕੇ, ਆਪਣੇ ਦੂਜੇ ਪ੍ਰੋਫੈਸ਼ਨਾਂ ਨੂੰ ਫਾਇਦਾ ਲੈ ਕੇ ਆਪਣੇ ਆਪ ਨੂੰ ਐਕਸਪਲੋਇਟ ਕਰਨਾ ਚਾਹੁੰਦੇ ਹੈ। ਪੰਜਾਬ ਦੀ ਜਨਤਾ ਜਾਣਦੀ ਹੈ ਹਿਸਟਰੀ। ਜੇ ਮੈਂ ਕੋਈ ਬੇਨਤੀ ਕਰਨਾ ਹੈ, ਕੋਈ ਚੀਜ਼ ਵੀ ਤੁਸੀਂ ਲੈਣੀ ਹੈ, ਤੁਸੀਂ ਪਿਛੋਕੜ ਦੇਖਦੇ ਹੋ। ਜੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਪਿਛੋਕੜ ਹੈ, ਜੋ ਤੁਸੀਂ ਪੰਜਾਬ 'ਚ ਤੁਸੀਂ ਦੇਖ ਲਓ, ਜੋ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ, ਜੋ ਪੰਜਾਬ ਦੇ ਕਿਸਾਨੀ ਵਾਲੇ ਫੈਸਲੇ ਹੋਏ ਹੈ, ਜੋ ਪੰਜਾਬ ਦੇ ਗਰੀਬ ਬਾਰੇ ਕੋਈ ਵੀ ਫੈਸਲਾ ਹੋਇਆ, ਉਦੋਂ ਹੀ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਅੱਜ ਪੰਜਾਬ ਵਿੱਚ ਬਿਜਲੀ ਆਮੋ ਆਮ ਹੈ, ਬਾਦਲ ਸਾਹਿਬ ਦੀ ਸਰਕਾਰ ਨੇ ਕੀਤੀ। ਅੱਜ 4 ਲੇਨ 6 ਲੇਨ ਦੀਆਂ ਸੜਕਾਂ ਐਕਸਪ੍ਰੈਸਵੇ ਪੰਜਾਬ 'ਚ ਹੈ, ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਜਿੰਨੀਆਂ ਨਹਿਰਾਂ ਕੱਸੀਆਂ ਪੰਜਾਬ 'ਚ ਬਣੀਆਂ, ਜਿੰਨੇ ਕਿਸਾਨਾਂ ਦੇ ਪੱਕੇ ਖਾਲੇ ਬਣਿਆ, ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਜਦੋਂ ਕਿਸਾਨਾਂ ਦੇ ਬਿੱਲ ਮਾਫ ਹੋਏ ਹੈ, ਜਿਹੜੇ ਕਿਸਾਨਾਂ ਦੀ ਮੰਡੀਆਂ ਜਿਹੜੀਆਂ ਇਨਫਰਾਸਟ੍ਰਕਚਰ, ਜਿਹੜਾ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਪੰਜਾਬ ਦਾ ਜਿਹੜਾ ਮੰਡੀਕਰਨ ਸਿਸਟਮ ਹੈ, ਅੱਜ 90% ਪੰਜਾਬ ਦਾ ਮੰਡੀਕਰਨ ਸਿਸਟਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ। ਤੁਸੀਂ ਬਾਦਲ ਸਾਹਿਬ ਦਾ ਉਹਨੂੰ ਦੇਖ ਕੇ ਲੋਕ ਜਨਤਾ ਨੂੰ ਵਿਸ਼ਵਾਸ ਹੈ, ਵਿਸ਼ਵਾਸ ਕਰਕੇ ਸਾਡੀ ਭਰੋਸਾ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਨਾਲ ਜੁੜੀ ਹੈ, ਪਿੰਡਾਂ ਜੁੜੀ ਹੈ। ਵੱਡੇ ਬਾਦਲ ਸਾਹਿਬ ਕਾਫੀ ਸਮੇਂ ਤੋਂ ਇਨਐਕਟਿਵ ਨੇ, ਬਹੁਤ ਜ਼ਿਆਦਾ ਮੀਡੀਆ 'ਚ ਵੀ ਨਹੀਂ ਆਉਂਦੇ, ਔਰ ਅੱਜ ਕੱਲ੍ਹ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਨਹੀਂ ਜਾ ਰਹੇ। ਔਰ ਜਿਸ ਦਿਨ ਦਾ ਤੁਸੀਂ ਬੀਜੇਪੀ ਨਾਲੋਂ ਨਾਤਾ ਤੋੜਿਆ, ਉਸ ਦਿਨ ਤੋਂ ਬਾਅਦ ਬਾਦਲ ਸਾਹਿਬ ਦਾ ਵੀ ਕੋਈ ਪ੍ਰਤੀਕਰਮ ਨਹੀਂ ਆਇਆ ਕਿ ਉਹ ਕੀ ਫੀਲ ਕਰ ਰਹੇ ਹੈ। ਇੱਕੋ ਹੀ ਗੱਲ ਕਰਦਾ, ਜੋ ਵੀ ਫੈਸਲੇ ਪਾਰਟੀ ਲੈਂਦੀ ਹੈ, ਸਾਰੇ ਫੈਸਲੇ ਅਸੀਂ ਬਾਦਲ ਸਾਹਿਬ ਨਾਲ ਵਿਚਾਰ ਕਰਦੇ ਹਾਂ ਤੇ ਉਹਨਾਂ ਦੀ ਸਹਿਮਤੀ ਨਾਲ ਹੁੰਦੇ ਆ। ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਪਹਿਲਾਂ ਜਦੋਂ ਬੀਜੇਪੀ? ਯੈਸ, ਸਾਰੇ ਇੱਕ ਫੈਸਲਾ ਵੱਡੇ ਬਾਦਲ, ਜੋ ਉਹਨਾਂ ਦੇ ਐਕਸਪੀਰੀਅੰਸ ਹੈ, ਉਹ ਜਿਹਾ ਐਕਸਪੀਰੀਅੰਸ ਕਿਸੇ ਕੋਲੇ ਨਹੀਂ ਹੈ। ਤੁਸੀਂ ਉਹਨਾਂ ਦੇ ਇਨਐਕਟਿਵ ਹੋਣ ਦੀ ਘਾਟ ਮਹਿਸੂਸ ਕਰਦੇ ਹੋ ਜਿਹੋ ਜਿਹਾ ਮਾਹੌਲ ਅੱਜ ਕੱਲ੍ਹ ਚੱਲ ਰਿਹਾ ਹੈ? ਕਿ ਤੁਸੀਂ ਦੇਖੋ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਯੂਨੀਵਰਸਿਟੀ ਹੈ, ਉਹਨਾਂ ਦੇ ਥੱਲੇ ਕੰਮ ਕਰਕੇ ਜੋ ਸਿੱਖਿਆ ਮੈਂ ਸਿੱਖਿਆ ਜਾਂ ਜੋ ਸਾਡੀ ਪਾਰਟੀ ਨੇ ਸਿੱਖਿਆ, ਜੋ ਉਹਨਾਂ ਨਾਲ ਬਹਿ ਕੇ ਵਿਚਾਰਾਂ ਨਾਲ ਤੁਸੀਂ ਗਿਆਨ ਲੈਂਦੇ ਹੋ, ਕਿਤੇ ਨਹੀਂ ਮਿਲ ਸਕਦਾ ਜਿੰਨਾ ਉਹਨਾਂ ਕੋਲ ਬਹਿ ਕੇ ਮਿਲ ਸਕਦੇ ਆ। ਦੁੱਖ ਇਸ ਕਰਕੇ ਹੈ ਕਿ ਉਹਨਾਂ ਦੀ ਏਜ ਹੁਣ 92 ਹੋ ਗਈ ਤੇ ਕਰੋਨਾ ਕਰਕੇ ਤੇ ਸਾਰੀਆਂ ਬਿਮਾਰੀਆਂ ਕਰਕੇ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਕਰਕੇ ਨਹੀਂ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਜਦੋਂ ਆ ਬਿਮਾਰੀਆਂ ਨਹੀਂ ਸੀ, ਕਰੋਨਾ ਨਹੀਂ ਸੀ, ਉਹ ਫਿਰ ਵੀ ਪਿੰਡਾਂ ਜਾਂਦੇ ਸੀ, ਸਵੇਰੇ ਪਿੰਡਾਂ ਚਲੇ ਜਾਂਦੇ ਸੀ, ਵਰਕਰਾਂ ਨੂੰ ਮਿਲਦੇ ਆ, ਹਲੇ ਵੀ ਮਿਲਦੇ ਆ, ਦੁੱਖ ਸੁੱਖ 'ਚ ਹਲੇ ਵੀ ਜਾਂਦੇ ਆ। ਸਾਰੇ ਪਿੰਡਾਂ 'ਚ ਜਿੱਥੇ ਕੋਈ ਮਰਗ ਹੋਈ ਹੋਏ, ਵਿਆਹ ਸ਼ਾਦੀ ਹੋਏ, ਉੱਥੇ ਆਪ ਹਲੇ ਵੀ ਜਾਂਦੇ ਆ, ਪਰ ਆ ਬਿਮਾਰੀ ਕਰਕੇ ਰੁਕੇ ਆ। ਸੋ ਅਗਲੇ ਦਿਨਾਂ 'ਚ ਸੁਖਬੀਰ ਜੀ, ਹੁਣ ਤੁਸੀਂ ਇਸ ਪੂਰੇ ਸੰਘਰਸ਼ ਨੂੰ ਜਿਹੜਾ ਚੱਲ ਰਿਹਾ ਹੈ, ਹਲੇ ਇਸ ਦਾ ਕੋਈ ਪੜਾਵ ਤੇ ਨਜ਼ਰ ਆ ਨਹੀਂ ਰਿਹਾ। ਇਦਾਂ ਲੱਗਦਾ ਕਿ ਪਤਾ ਨਹੀਂ ਕਿੰਨਾ ਲੰਬਾ ਚੱਲ ਸਕਦਾ, ਕਿਹੜੇ ਪਾਸੇ ਵੱਲ ਜਾਂਦਾ ਦੇਖਦੇ ਹੋ? ਕੀ ਲੱਗਦਾ ਕੁਝ ਸਿੱਟਾ ਕੱਢ ਪਾਏਗਾ ਪੰਜਾਬ ਨੂੰ? ਮੈਂ ਪਹਿਲੇ ਵੀ ਰਿਕੁਐਸਟ ਕੀਤੀ ਹੈ, ਸਾਨੂੰ ਸਾਡੀ ਪਾਰਟੀ ਨੂੰ ਜੋ ਹੁਕਮ ਕਹਿਣਗੇ ਸਾਡੇ ਵਰਕਰ, ਸਾਡੀ ਪਾਰਟੀ ਦੇ ਲੀਡਰ ਪਾਲਣਾ ਕਰਨਗੇ। ਅਸੀਂ ਉਹਨਾਂ ਦੇ ਝੰਡੇ ਥੱਲੇ ਵੀ ਕੰਮ ਕਰਨ ਨੂੰ ਤਿਆਰ ਹੈ। ਅਸੀਂ ਨਹੀਂ ਚਾਹੁੰਦੇ ਕਿ ਇੰਪ੍ਰੈਸ਼ਨ ਜਾਏ, ਜਿਹੜਾ ਇੱਕ ਆਵਾਜ਼ ਚੱਲ ਰਹੀ ਸੀ ਕਿ ਅਸੀਂ ਅਲੱਗ ਕਰਨਾ ਚਾਹ ਕੇ ਅਸੀਂ ਸੈਬੋਟੇਜ ਕਰ, ਅਸੀਂ ਤਾਂ ਪਿੱਛੇ ਲੱਗਣ ਨੂੰ ਤਿਆਰ ਹਾਂ। ਸਾਡਾ ਨਿਸ਼ਾਨਾ ਇੱਕੋ ਇੱਕ ਹੈ
ਕਿ ਆ ਕਾਨੂੰਨ ਜਿਹੜੇ ਕਾਲੇ ਕਾਨੂੰਨ ਹੈ ਇਹ ਰੱਦ ਹੋਣ। ਤੇ ਮੈਂ ਇੰਨਾ ਤੁਹਾਨੂੰ ਤੁਹਾਡੇ ਮੀਡੀਅਮ ਰਾਹੀਂ ਦੱਸਣਾ ਚਾਹਣਾ ਹੈ, ਜੋ ਕੈਪਟਨ ਸਾਹਿਬ ਦਾ ਕਾਨੂੰਨ ਹੈ ਆ ਬਿਲਕੁਲ ਗਲਤ ਕਾਨੂੰਨ ਜਿਹੜਾ ਬਣਾਇਆ, ਆ ਇੱਕ ਫਰਾਡ ਹੈ, ਧੋਖਾ ਹੈ। ਇਹਦਾ ਇੱਕੋ ਇੱਕ ਇਲਾਜ ਹੈ, ਉਹ ਜਿਹੜਾ ਮੈਂ ਪੂਰਾ ਕਿਹਾ ਹੈ ਕਿ ਇੱਕ ਮੰਡੀ ਇੱਕ ਯਾਰਡ ਡਿਕਲੇਅਰ ਕਰਨ ਦਾ। ਜਦੋਂ ਸਾਡੀ ਸਰਕਾਰ ਆਈ, ਪ੍ਰਮਾਤਮਾ ਮਿਹਰ ਕਰੇ, ਪੰਜਾਬ ਦੀ ਜਨਤਾ ਦਾ ਪਿਆਰ ਮਿਲੂਗਾ, ਅਗਲੇ ਸਾਲ ਜੇ ਇਲੈਕਸ਼ਨ ਆਇਆ, ਇਹਦਾ ਇੱਕੋ ਇੱਕ ਹੱਲ ਹੈ, ਉਹ ਅਸੀਂ ਕਰਕੇ ਦੇ ਦਾਂਗੇ ਤੇ ਉਹਦੇ ਬਾਅਦ ਸੈਂਟਰ ਦਾ ਦਖਲ ਬਿਲਕੁਲ ਖਤਮ ਹੋ ਜਾਊਗਾ। ਚਲੋ, ਬਹੁਤ ਬਹੁਤ ਧੰਨਵਾਦ ਸੁਖਬੀਰ ਜੀ, ਤੁਸੀਂ ਸਾਡੇ ਨਾਲ ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ। ਅਗਲੇ ਦਿਨਾਂ 'ਚ ਜਿਵੇਂ ਜਿਵੇਂ ਕਵਾਇਦ ਅੱਗੇ ਵਧੂਗੀ ਫਿਰ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਐਂਗਲ ਤੋਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਤਾਂ ਸੁਖਬੀਰ ਸਿੰਘ ਬਾਦਲ ਸਾਡੇ ਨਾਲ ਜੁੜੇ, ਕਾਫੀ ਮੁੱਦਿਆਂ ਤੇ ਸਪਸ਼ਟ ਗੱਲਬਾਤ ਕੀਤੀ ਹੈ। ਸੋ ਅਗਲੇ ਦਿਨਾਂ ਦੇ ਵਿੱਚ ਮਾਹੌਲ ਦੀ ਰੂਪਰੇਖਾ ਦੇਖਣੀ ਹੋਏਗੀ ਔਰ ਖਾਸ ਤੌਰ ਤੇ ਅਕਾਲੀ ਦਲ ਦੀ ਜਿਹੜੀ ਸਟ੍ਰੈਟਜੀ ਹੈ ਕੀ ਰਹੇਗੀ ਅਗਲੇ ਦਿਨਾਂ ਦੇ ਵਿੱਚ ਔਰ ਕੀ ਉਸ ਦੇ ਪ੍ਰਭਾਵ ਰਹਿਣਗੇ। ਨਿਊਜ਼ 18 ਤੇ ਅਪਡੇਟਸ ਦੇ ਲਈ ਸਾਡੇ ਨਾਲ ਜੁੜੇ ਰਹੋ। ਲੜਨ 'ਚ ਦੇਸ਼ ਦੀ ਮਦਦ ਕਰੋ, क्योंकि जान है ते जहान है।